ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਬੰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ। ਸਤਵੇਂ ਸਾਂਝ ਕੀਆ ਘਰ ਬਾਸ, ਨਾਵੇਂ ਧੌਲੇ ਉਪੇਸਾ। ਦਸਵੇਂ ਦੱਦਾ ਰਕ ਅਰਧ ਗੁਫਤਮ ਪੇਸ ਤੋ ਦਰ ਗੋਸ ਪੁਨ ਕਰਤਾਰ। ਹਕਾ ਕਬੀਰ ਕਰੀਮ ਤੂੰ ਬੇਅਬ ਪਰਵਰਦਿਗਾਰ। ਹਕਾ ਕਬੀਰ ਕਰੀਮ ਤੂੰ ਬੇਅਬ ਪਰਵਰਦਿਗਾਰ। ਕਿਆ ਜਾਣਾ ਕਿਵ ਮਰਹਿ ਕੇ, ਕੈਸਾ ਮਰਣਾ ਹੋਏ। ਜੇ ਕਰ ਸਾਹਿਬ ਮਨ ਹੋ ਨ ਵੀਸਰੈ, ਤਾਂ ਸਹਿਲਾ ਮਰਣਾ ਹੋਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਸਾਰੀ ਸੰਗਤ ਪ੍ਰਵਾਨ ਕਰੋ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਇਸ ਸਮੇਂ ਫੇਸਬੁੱਕ ਦੇ ਰਾਹੀਂ ਗੁਰਮੁਖ ਵੀਰਾਂ ਦੇ ਉਪਰਾਲੇ ਦੇ ਸਦਕਾ, ਅਨਾਹਤ ਕੀਰਤਨ ਸੁਸਾਇਟੀ ਇਹਨਾਂ ਦੇ ਉਪਰਾਲੇ ਦੇ ਸਦਕਾ ਇਸ ਸਮੇਂ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜੇ ਹੋਏ ਹਾਂ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹਾਂ। ਇਸ ਸਮੇਂ ਸਾਰੇ ਸੰਸਾਰ ਵਿੱਚ ਮਹਾਮਾਰੀ ਫੈਲੀ ਹੋਈ ਹੈ। ਉਸ ਨੂੰ ਲੈ ਕੇ ਹਰ ਗੁਰਸਿੱਖ ਗੁਰਮੁਖ ਇਸ ਗੱਲ ਦਾ ਯਤਨ ਕਰ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਪਰਮੇਸ਼ਰ ਜੀ ਦੀ ਯਾਦ ਵਿੱਚ ਜੁੜਿਆ ਜਾਵੇ। ਉਸ ਦਾ ਕਾਰਨ ਇਹ ਹੈ, ਬਹੁਤ ਸਾਰੀਆਂ ਜਾਨਾਂ ਇਸ ਭਿਆਨਕ ਮਹਾਮਾਰੀ ਦੇ ਕਾਰਨ ਜਾ ਚੁੱਕੀਆਂ ਹਨ। ਪਹਿਲੇ ਸਮੇਂ ਵਿੱਚ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਐਸੀ ਮਹਾਮਾਰੀ ਫੈਲਦੀ ਹੁੰਦੀ ਸੀਗੀ। ਹਰ ਦੇਸ਼ ਦਾ ਇਤਿਹਾਸ ਫਰੋਲ ਕੇ ਦੇਖ ਲਵੋ, ਕਿਤੇ ਨਾ ਕਿਤੇ ਐਸੀ ਮਹਾਮਾਰੀ
ਕਿਸੇ ਨਾ ਕਿਸੇ ਦੇਸ਼ ਵਿੱਚ ਸਾਨੂੰ ਵੇਖਣ ਨੂੰ ਮਿਲ ਜਾਂਦੀ ਹੈ, ਪੜ੍ਹਨ ਨੂੰ ਮਿਲ ਜਾਵੇਗੀ। ਪਰ ਸਾਧ ਸੰਗਤ ਜੀ, ਇਸ ਵਾਰ ਕਿਸੇ ਦੇਸ਼ ਦੇ ਉੱਤੇ ਇਹ ਮਹਾਮਾਰੀ ਨਹੀਂ ਆਈ, ਸਾਰੇ ਸੰਸਾਰ ਵਿੱਚ ਹੀ ਇਸ ਮਹਾਮਾਰੀ ਦਾ ਅਸਰ ਹੋਇਆ। ਬਹੁਤ ਸਾਰੀਆਂ ਕੀਮਤੀ ਜਾਨਾਂ ਕੁਝ ਗੁਰੂ ਕੇ ਸਿੱਖ ਜਿਹੜੇ ਆ, ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸਨ, 60 ਤੋਂ ਉੱਤੇ ਸਿੱਖ ਜਿਹੜੇ ਆ ਗੁਰੂ ਕੇ ਪਿਆਰੇ, ਉਹਨਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਵੀ ਇਸ ਬਿਮਾਰੀ ਦੇ ਕਰਕੇ ਜਾ ਚੁੱਕੀਆਂ ਹਨ। ਔਰ ਲੁਕਾਈ ਵਿੱਚ ਹੋਰ ਵੀ ਜਿਤਨੇ ਜੀਵ ਨੇ, ਕਿਉਂਕਿ ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਹੀ ਹਨ। ਸਭ ਮਹਿ ਜੋਤ, ਜੋਤ ਹੈ ਸੋਏ, ਭਾਵੇਂ ਉਹ ਕੋਈ ਗੋਰਾ ਹੋਵੇ, ਚਾਹੇ ਉਹ ਸਾਧ ਸੰਗਤ ਜੀ ਰੰਗ ਰੂਪ ਤੋਂ ਕਾਲਾ ਹੋਵੇ, ਕਿਸੇ ਵੀ ਦੇਸ਼ ਦਾ ਵਸਨੀਕ ਹੋਵੇ, ਹੈ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ। ਪਰ ਜੀਵਾਂ ਦੇ ਕਰਮਾਂ ਕਰਕੇ ਇਹ ਮਹਾਮਾਰੀ ਆਉਂਦੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ। ਹੇ ਵਾਹਿਗੁਰੂ, ਇਹੋ ਜਿਹੀਆਂ ਭਿਆਨਕ ਮਹਾਮਾਰੀਆਂ, ਦੁੱਖ ਜਿਹੜੇ ਆ ਸੰਸਾਰ ਦੇ ਉੱਤੇ ਜਦੋਂ ਆਉਂਦੇ ਆ, ਜੀਵਾਂ ਦੇ ਕਰਮਾਂ ਦੇ ਅਨੁਸਾਰ ਉਹ ਦੁੱਖ ਤੁਸੀਂ ਆਪ ਹੀ ਜੀਵਾਂ ਨੂੰ ਦਿੰਦੇ ਹੋ ਔਰ ਆਪ ਹੀ ਮੁੜ ਫਿਰ ਉਹਨਾਂ ਦੀ ਦਵਾਈ ਦਾ ਵੀ ਪ੍ਰਬੰਧ ਕਰਦੇ ਹੋ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕਿਰਪਾ ਕੀਤੀ ਹੈ। ਅਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਬੇਨਤੀ ਕਰੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਵਿੱਚ, ਕਿਉਂਕਿ ਬਾਣੀ ਸਾਡੀ ਪਲ ਪਲ ਤੇ ਰੱਖਿਆ ਵੀ ਕਰਦੀ ਹੈ ਤੇ ਬਾਣੀ ਪਲ ਪਲ ਤੇ ਸਾਨੂੰ ਸੇਧ ਵੀ ਦਿੰਦੀ। ਗੁਰਬਾਣੀ ਨੇ ਸਾਨੂੰ ਸੇਧ ਦੇਣੀ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ। ਮਨੁੱਖ ਦੇ ਜੀਵਨ ਨੂੰ ਚਾਰ ਪਹਿਰਾਂ ਦੇ ਵਿੱਚ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ। ਜਿਹੜੀ ਅੱਜ ਦੀ ਕਥਾ ਵਿਚਾਰ ਹੈ, ਵਿਸ਼ੇਸ਼ ਰੂਪ ਵਿੱਚ ਉਹਨਾਂ ਰੂਹਾਂ ਨੂੰ ਸਮਰਪਿਤ ਹੈ ਜਿਹੜੀਆਂ ਰੂਹਾਂ ਸੰਸਾਰ ਨੂੰ ਅਲਵਿਦਾ ਕਹਿ ਕੇ ਗਈਆਂ ਨੇ। ਔਰ ਉਹਨਾਂ ਵਿੱਚੋਂ ਵੀ ਉਹ ਗੁਰੂ ਕੇ ਪਿਆਰੇ, ਜਿਵੇਂ ਭਾਈ ਸਾਹਿਬ ਦੱਸ ਰਹੇ ਸਨ ਵੀ ਸਾਊਥ ਹਾਲ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਜੀ, ਉਹ ਵੀ ਇਸੇ ਬਿਮਾਰੀ ਕਰਕੇ ਸਰੀਰ ਤਿਆਗ ਗਏ ਹਨ। ਹੋਰ ਵੀ ਗੁਰਮੁਖ ਰੂਹਾਂ ਜਿਹੜੀਆਂ ਇਸੇ ਬਿਮਾਰੀ ਕਰਕੇ ਸਰੀਰ ਤਿਆਗੀਆਂ, ਜਿਨ੍ਹਾਂ ਨੇ ਤਿਆਗਿਆ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਔਰ ਅਸੀਂ ਆਪਣੇ ਆਪ ਨੂੰ ਸੇਧ ਦੇਣ ਵਾਸਤੇ ਅੱਜ ਦੀ ਇਹ ਗੁਰਮਤਿ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਸਾਂਝੀ ਕਰਾਂਗੇ। ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਪੜਾਵਾਂ ਦੇ ਵਿੱਚ ਸਾਧ ਸੰਗਤ ਜੀ ਬਿਆਨ ਕੀਤਾ ਹੈ। ਚਾਹੇ ਉਹ ਰਾਜਾ ਹੋਵੇ, ਚਾਹੇ ਉਹ ਗਿਆਨੀ ਹੋਵੇ, ਕਥਾਵਾਚਕ ਹੋਵੇ, ਚਾਹੇ ਉਹ ਕੀਰਤਨ ਕਰਨ ਵਾਲਾ ਕੀਰਤਨੀਆ ਵੀ ਹੋਵੇ, ਕੋਈ ਵੀ ਹੋਵੇ ਜਿਹਨੇ ਜਨਮ ਲਿਆ, ਗੁਰੂ ਨਾਨਕ ਸਾਹਿਬ ਜੀ ਨੇ ਚਾਰ ਪਹਿਰਾਂ ਦੇ ਵਿੱਚ ਸਾਡੀ ਜ਼ਿੰਦਗੀ ਦਾ, ਸਾਧ ਸੰਗਤ ਜੀ ਮਹਾਰਾਜ ਜੀ ਨੇ ਸਾਡੀ ਜ਼ਿੰਦਗੀ ਦਾ ਵਿਸਥਾਰ ਵਰਣਨ ਕੀਤਾ ਹੈ। ਕਦੋਂ ਕੀਤਾ? ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਣਜਾਰਿਆਂ ਦੇ ਕਬੀਲੇ ਵਿੱਚ ਗਏ। ਵਣਜਾਰੇ ਕਹਿੰਦੇ ਆ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਵਸਤੂਆਂ ਨੂੰ ਵੇਚਦਾ ਹੈ, ਉਹਨਾਂ ਨੂੰ ਵਣਜਾਰਾ ਕਹਿੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਵਣਜਾਰਿਆਂ ਦੇ ਕਬੀਲੇ ਦੇ ਲਾਗੇ ਪਹੁੰਚੇ। ਰਾਤ ਦਾ ਸਮਾਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਮਹਾਰਾਜ ਦੇ ਕੋਲ ਬੈਠੇ ਆ, ਭਾਈ ਬਾਲਾ ਜੀ ਸਤਿਗੁਰੂ ਦੇ ਕੋਲ ਬੈਠੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਸੱਚੇ ਪਾਤਸ਼ਾਹ ਭੁੱਖ ਲੱਗੀ ਹੈ, ਕੋਈ ਪ੍ਰਸ਼ਾਦ ਪਾਣੀ ਮਿਲੇਗਾ? ਮਹਾਰਾਜ ਕਹਿਣ ਲੱਗੇ, ਮਰਦਾਨਿਆ, ਕਬੀਲੇ ਦਾ ਜਿਹੜਾ ਮੁਖੀਆ, ਜਿਹੜਾ ਰਾਜਾ ਹੈ, ਇਹਦੇ ਘਰ ਵਿੱਚ ਬੜੇ ਸਮੇਂ ਬਾਅਦ ਇੱਕ ਪੁੱਤਰ ਪੈਦਾ ਹੋਇਆ, ਉਹਦੇ ਕੋਲ ਚਲੇ ਜਾ। ਮਹਾਰਾਜ ਕਹਿਣ ਲੱਗੇ, ਕਬੀਲੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ, ਕਬੀਲੇ ਵਿੱਚ ਜਾ, ਉੱਥੇ ਤੈਨੂੰ ਪ੍ਰਬੰਧ ਹੋ ਜਾਏਗਾ ਤੇਰੀ ਖੁਰਾਕ ਦਾ, ਤੂੰ ਜਾ।
ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਕੋਲੋਂ ਆਗਿਆ ਲੈ ਕੇ ਗਏ ਆ, ਔਰ ਇੱਕ ਕਹਾਵਤ ਹੈ ਸਾਧ ਸੰਗਤ ਜੀ, ਖੁਸ਼ੀ ਦੇ ਵਿੱਚ ਮਨਮੁਖਾਂ ਨੂੰ ਰੱਬ ਭੁੱਲ ਦਿੰਦਾ ਹੈ, ਗੁਰਮੁਖਾਂ ਨੂੰ ਨਹੀਂ ਭੁੱਲਦਾ, ਮਨਮੁਖਾਂ ਨੂੰ ਖੁਸ਼ੀ ਦੇ ਵਿੱਚ ਰੱਬ ਭੁੱਲ ਜਾਂਦਾ। ਭਾਈ ਮਰਦਾਨਾ ਜੀ ਨੇ ਸਤ ਕਰਤਾਰ ਆਖ ਕੇ ਜਦੋਂ ਪ੍ਰਸ਼ਾਦਾ ਮੰਗਿਆ, ਭਾਈ ਪ੍ਰਸ਼ਾਦਾ ਦੇ ਦਿਓ, ਉਹਨਾਂ ਆਖਿਆ ਵੀ ਅਸੀਂ ਖੁਸ਼ੀਆਂ ਮਨਾਉਂਦੇ ਆ, ਇਹ ਫਕੀਰ ਕਿੱਥੋਂ ਮੰਗਣ ਵਾਸਤੇ ਆਇਆ। ਭਾਈ ਮਰਦਾਨਾ ਜੀ ਨੂੰ ਸਾਧ ਸੰਗਤ ਜੀ ਉਹਨਾਂ ਨੇ ਧੱਕੇ ਮਾਰ ਕੇ ਕੱਢਿਆ, ਔਰ ਉਸੇ ਹੀ ਕੰਮ ਵਿੱਚ ਭਾਈ ਮਰਦਾਨਾ ਜੀ ਦਾ ਇੱਕ ਦੰਦ ਵੀ ਟੁੱਟ ਗਿਆ। ਭਾਈ ਮਰਦਾਨਾ ਜੀ ਦਾ ਦੰਦ ਟੁੱਟ ਗਿਆ। ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਪਸ ਆਏ, ਕਹਿਣ ਲੱਗੇ ਸਤਿਗੁਰੂ ਤੁਸਾਂ ਕਿਹਾ ਸੀ ਮਰਦਾਨਿਆਂ ਤੈਨੂੰ ਉੱਥੋਂ ਪ੍ਰਸ਼ਾਦਾ ਮਿਲੇਗਾ, ਇਹਨਾਂ ਤੇ ਦੰਦ ਤੋੜ ਕੇ ਕਰ ਦਿੱਤਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਇਹਨਾਂ ਨੂੰ ਸੱਚ ਦਾ ਨਹੀਂ ਪਤਾ, ਇਹ ਜਿਸ ਬੱਚੇ ਦੇ ਜੰਮਣ ਤੇ ਖੁਸ਼ ਹੋ ਰਹੇ ਆ ਮਰਦਾਨਿਆਂ, ਇੱਕ ਭਾਣਾ ਇਹਨਾਂ ਦੇ ਘਰ ਵਿੱਚ ਕੱਲ ਵਰਤਿਆ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਇੱਕ ਭਾਣਾ ਫਿਰ ਕੱਲ ਵਰਤ ਜਾਣਾ, ਭਾਵ ਇੱਕ ਕੱਲ ਸ਼ਾਮ ਨੂੰ ਵਰਤਿਆ, ਇੱਕ ਫਿਰ ਦਿਨੇ ਵਰਤ ਜਾਣਾ। ਮਹਾਰਾਜ ਮੈਂ ਸਮਝਿਆ ਨਹੀਂ ਹੈ। ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇਹਨਾਂ ਦੇ ਕਬੀਲੇ ਵਿੱਚ ਜੀਵਨ ਵਾਲਾ ਜਨਮ ਵਾਲਾ ਭਾਣਾ ਵਰਤਿਆ, ਦਿਨ ਚੜ੍ਹਦੇ ਨੂੰ ਮੌਤ ਵਾਲਾ ਭਾਣਾ ਵਰਤ ਜਾਣਾ। ਜਿਸ ਬੱਚੇ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਮਹਾਰਾਜ ਕਹਿਣ ਲੱਗੇ ਰਾਤ ਇੱਕ ਰਹਿਣਾ ਉਸ ਬੱਚੇ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ ਸਵੇਰ ਚੜ੍ਹਦੇ ਨੂੰ ਉਸ ਬੱਚੇ ਨੇ ਚੜ੍ਹਾਈ ਕਰ ਦੇਣਾ। ਹੁਣ ਇਹ ਗੱਲ ਵੀ ਸੱਚੀ ਹੈ, ਕਿਉਂਕਿ ਆਪਾਂ ਬਾਣੀ ਪੜ੍ਹਦੇ ਹਾਂ ਸਾਧ ਸੰਗਤ, ਕੇਵਲ ਮੌਤ ਹੀ ਨਹੀਂ ਭਾਣਾ, ਜਨਮ ਵੀ ਉਸ ਵਾਹਿਗੁਰੂ ਜੀ ਦਾ ਭਾਣਾ ਹੈ। ਜਾਂ ਤਿਸ ਭਾਣਾ ਤਾਂ ਜੰਮਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਸਿੱਖਾ ਜੇ ਉਸ ਵਾਹਿਗੁਰੂ ਦਾ ਭਾਣਾ ਹੋਇਆ ਤਾਂ ਤੇਰਾ ਜਨਮ ਹੋਇਆ, ਜੇ ਉਹਦਾ ਭਾਣਾ ਨਾ ਵਰਤਦਾ ਤੇਰਾ ਜਨਮ ਨਹੀਂ ਸੀ ਹੋਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੈ। ਦਿਨੇ ਸਾਧ ਸੰਗਤ ਜੀ ਉਸ ਕਬੀਲੇ ਵਿੱਚੋਂ ਚੀਖਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਜਿੱਥੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਸਨ, ਉੱਥੇ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਮੈਂ ਇੱਥੇ ਇੱਕ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕੱਲ ਰਾਤ ਵੀ ਕੀਰਤਨ ਦੀ ਆਵਾਜ਼ ਆ ਰਹੀ ਸੀ, ਅੱਜ ਦਿਨੇ ਵੀ ਕੀਰਤਨ ਦੀ ਆਵਾਜ਼ ਆ ਰਹੀ, ਪਰ ਦੂਜੇ ਪਾਸੇ ਸਾਧ ਸੰਗਤ ਦੀ ਚੀਕਾਂ ਦੀ ਆਵਾਜ਼ ਆਉਣ ਲੱਗ ਪਈ। ਕਬੀਲੇ ਵਾਲਿਆਂ ਨੇ ਸੋਚਿਆ ਕਿ ਕੀ ਕਹਿਰ ਹੋ ਗਿਆ, ਜਿਹੜਾ ਬੱਚਾ ਚੜ੍ਹਾਈ ਕਰ ਗਿਆ। ਉਹ ਇਕੱਠੇ ਹੋ ਕੇ ਭਾਈ ਮਰਦਾਨਾ ਜੀ ਨੂੰ ਲੱਭਦੇ ਆ, ਭਾਈ ਮਰਦਾਨਾ ਜੀ ਦੇ ਕੋਲ ਆਏ। ਮਰਦਾਨਾ ਜੀ ਉਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਭਾਈ ਮੈਂ ਤਾਂ ਕੁਝ ਵੀ ਨਹੀਂ ਹਾਂ, ਇਹ ਮੇਰੇ ਸਤਿਗੁਰੂ ਬੈਠੇ ਆ, ਇਹਨਾਂ ਸਤਿਗੁਰਾਂ ਨੂੰ ਪੁੱਛ ਲਓ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਕਿਸੇ ਵੀ ਮਨੁੱਖ ਨੇ ਸਰੀਰ ਤਿਆਗਣਾ ਹੋਵੇ, ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਫਿਰ ਜਾ ਕੇ ਸਰੀਰ ਛੁੱਟਦਾ ਹੈ। ਭਾਵੇਂ ਉਹ ਗਿਆਨੀ ਹੈ, ਕਥਾਵਾਚਕ ਹੈ, ਕੀਰਤਨੀ ਹੈ, ਪਾਠੀ ਹੈ, ਰਾਜਾ ਹੈ, ਬਿਜ਼ਨਸਮੈਨ ਹੈ, ਕੋਈ ਵੀ ਹੈ, ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਫਿਰ ਸਾਡਾ ਸਰੀਰ ਛੁੱਟ ਜਾਂਦਾ। ਇਹਨੂੰ ਵਿਦਵਾਨ ਦੇਸ਼ ਕਾਲ ਤੇ ਵਸਤੂ ਕਹਿੰਦੇ ਆ। ਦੇਸ਼ ਕਾਲ ਵਸਤੂ ਨਾ ਸਮਝ ਵਿੱਚ ਆਵੇ, ਇਹਦੇ ਵਾਸਤੇ ਮੈਂ ਸੌਖੇ ਰੂਪ ਵਿੱਚ ਤੁਹਾਨੂੰ ਬੇਨਤੀ ਕਰਦੇ ਹਾਂ। ਮਹਾਰਾਜ ਕਹਿੰਦੇ ਭਾਈ ਤਿੰਨ ਸੱਸੇ ਇਕੱਠੇ ਹੋ ਜਾਣ ਤੇ ਮਨੁੱਖ ਦੀ ਮੌਤ ਹੁੰਦੀ ਹੈ। ਸਾਧ ਸੰਗਤ ਤੋਂ ਤਿੰਨ ਸੱਸੇ ਕਿਹੜੇ ਹਨ? ਪਹਿਲਾ ਸੱਸਾ ਜੇ ਸੱਸਾ ਸਮਾਂ। ਕਿਸੇ ਵੀ ਮਨੁੱਖ ਨੇ ਸਰੀਰ ਤਿਆਗਣਾ, ਉਹਦਾ ਸਮਾਂ ਆ ਗਿਆ, ਸਿਵਾਏ ਸਤਿਗੁਰੂ ਤੋਂ ਤੇ ਪਰਮੇਸ਼ਰ ਤੋਂ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਬਚਾ ਨਹੀਂ ਸਕਦੀ। ਵੇਖੋ ਜਦੋਂ ਸਮਾਂ ਆ ਜਾਂਦਾ, ਪੈਸਿਆਂ ਦੀ ਬੋਰੀ ਹੋਵੇ ਬੰਦੇ ਦੇ ਕੋਲ ਭਰੀ ਹੋਈ, ਪਰ ਜਦੋਂ ਸਮਾਂ ਪੂਰਾ ਹੋ ਗਿਆ ਫਿਰ ਸਾਨੂੰ ਕੋਈ ਬਚਾ ਨਹੀਂ ਸਕਦਾ। ਪਹਿਲਾ ਸੱਸਾ ਸਮਾਂ ਹੈ, ਦੂਜਾ ਸੱਸਾ ਸਥਾਨ ਹੈ। ਹਰ ਇੱਕ ਮਨੁੱਖ ਦਾ ਸਰੀਰ ਤਿਆਗਣ ਦਾ ਸਥਾਨ ਜਿਹੜਾ ਹੈ ਉਹ ਮੁਕਰਰ ਹੈ, ਜਿਸ ਥਾਂ ਤੇ ਸਰੀਰ ਤਿਆਗਣਾ ਹੈ। ਔਰ ਸਾਧ ਸੰਗਤ ਜੀ ਜਦੋਂ ਬੰਦੇ ਦਾ ਸਮਾਂ ਆ ਜਾਂਦਾ ਹੈ ਨਾ ਸਰੀਰ ਛੱਡਣ ਦਾ, ਮਨੁੱਖ ਉਸ ਸਥਾਨ ਤੇ ਆਪੇ ਪਹੁੰਚ ਜਾਂਦਾ ਹੈ
ਜਿੱਥੇ ਉਹਨੇ ਸਰੀਰ ਛੱਡਣਾ ਹੁੰਦਾ। ਉਦਾਹਰਣ ਮਾਤਰ ਦਾਸ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ। ਸਾਡੇ ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਕਾਲਾ ਪਿੰਡ, ਘਣਪੁਰ ਕਾਲਾ ਉਸ ਪਿੰਡ ਦਾ ਪੂਰਾ ਨਾਮ ਹੈ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਹੋਏ ਆ, ਜਿਨ੍ਹਾਂ ਦੀ ਮਸਕੀਨ ਜੀ ਵੀ ਆਪਣੀ ਕਥਾ ਵਿੱਚ ਸਿਫਤ ਕਰਦੇ ਹੁੰਦੇ ਸਨ। ਉਹਨਾਂ ਮਹਾਂਪੁਰਖਾਂ ਦਾ ਪਿੰਡ ਹੈ ਕਾਲਾ ਪਿੰਡ, ਘਣਪੁਰ ਕਾਲਾ। 6 ਕੁ ਨੌਜਵਾਨ ਉਸ ਪਿੰਡ ਤੋਂ ਇਕੱਠੇ ਇਨੋਵਾ ਗੱਡੀ ਦੇ ਵਿੱਚ ਗਏ ਆ ਮਣੀਕਰਨ ਸਾਹਿਬ ਦੀ ਯਾਤਰਾ ਕਰਨ ਵਾਸਤੇ। 6ਵੇਂ ਨੌਜਵਾਨ ਨੇ 6 ਹੀ ਨੌਜਵਾਨ ਨੇ ਇੱਕੋ ਗੱਡੀ 'ਚ ਬੈਠੇ ਆ। ਗੱਡੀ ਪਲਟ ਗਈ। ਇੱਕੋ ਪਿੰਡ ਦੇ 6 ਨੌਜਵਾਨ ਇਕੱਠੇ ਹੀ ਉੱਥੇ ਰਸਤੇ ਵਿੱਚ ਖਾਈ ਵਿੱਚ ਡਿੱਗ ਕੇ ਚਾਲਾ ਮਾਰ ਗਏ। ਹੁਣ ਇਹਦਾ ਭਾਵ ਕੀ ਹੈ? ਸਮਾਂ ਉਹਨਾਂ ਦਾ ਪੂਰਾ ਹੋ ਚੁੱਕਾ ਸੀ। ਜਿਸ ਥਾਂ ਤੇ ਸਰੀਰ ਜਾ ਕੇ ਤਿਆਗਣਾ ਸੀ, ਉਸ ਥਾਂ ਉੱਤੇ ਉਹ ਜਾ ਕੇ ਪਹਿਲਾਂ ਹੀ ਪਹੁੰਚ ਗਏ। ਭਗਤ ਨਾਮਦੇਵ ਸਾਹਿਬ ਜੀ ਦਾ ਜਨਮ ਕਿਤੇ ਹੋਇਆ, ਪਰ ਸਰੀਰ ਉਹਨਾਂ ਨੇ ਤਿਆਗਿਆ ਸਾਡੇ ਲਾਗੇ ਮਹਿਤੇ ਤੋਂ ਅੱਗੇ, ਜਿੱਥੇ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ। ਮਹਿਤੇ ਤੋਂ ਥੋੜੀ ਅੱਗੇ ਸਾਧ ਸੰਗਤ ਜੀ ਇੱਕ ਪਿੰਡ ਹੈ ਘੁਮਾਣ ਪਿੰਡ। ਘੁਮਾਣ ਪਿੰਡ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਨੇ ਆ ਕੇ ਆਪਣਾ ਸਰੀਰ ਤਿਆਗਿਆ। ਸੋ ਕਈਆਂ ਦੇ ਸਰੀਰ ਤਿਆਗਣ ਦੀ ਥਾਂ ਹਸਪੀਟਲ ਹੁੰਦੀ ਹੈ, ਕਈਆਂ ਦੇ ਸਰੀਰ ਤਿਆਗਣ ਦੀ ਥਾਂ ਕੋਈ ਹੁੰਦੀ ਹੈ। ਮਹਾਰਾਜ ਨੇ ਆਖਿਆ ਜਦੋਂ ਬੰਦੇ ਨੇ ਸਰੀਰ ਤਿਆਗਣਾ ਹੁੰਦਾ ਹੈ, ਉਸ ਥਾਂ ਤੇ ਉਹ ਆਪੇ ਹੀ ਪਹੁੰਚ ਜਾਂਦਾ ਹੈ ਜਿੱਥੇ ਉਹਨੇ ਸਰੀਰ ਤਿਆਗਣਾ। ਪਹਿਲਾ ਸੱਸਾ ਸਮਾਂ, ਦੂਜਾ ਸੱਸਾ ਸਥਾਨ ਹੈ, ਔਰ ਤੀਜਾ ਸੱਸਾ ਕਿਹੜਾ ਹੈ? ਤੀਜਾ ਸੱਸਾ ਹੈ ਸਬੱਬ, ਜਿਹਨੂੰ ਗ੍ਰੰਥਾਂ ਵਿੱਚ ਵਸਤੂ ਕਰਕੇ ਲਿਖਿਆ। ਦੇਸ਼ ਹੁੰਦਾ ਹੈ ਸਥਾਨ, ਕਾਲ ਹੁੰਦਾ ਹੈ ਸਮਾਂ, ਤੇ ਵਸਤੂ ਹੁੰਦਾ ਹੈ ਸਬੱਬ। ਦੇਸ਼ ਕਾਲ ਵਸਤੂ, ਸੱਸਾ ਸਮਾਂ, ਸੱਸਾ ਸਥਾਨ ਤੇ ਸੱਸਾ ਸਬੱਬ। ਜਦੋਂ ਮਨੁੱਖ ਉਸ ਸਥਾਨ ਤੇ ਪਹੁੰਚ ਜਾਂਦਾ ਹੈ, ਜਦੋਂ ਸਮਾਂ ਆ ਜਾਂਦਾ ਹੈ, ਸਬੱਬ ਸਰੀਰ ਛੱਡਣ ਦਾ ਕੋਈ ਵੀ ਬਣ ਜਾਂਦਾ ਹੈ। ਇਹ ਵਾਹਿਗੁਰੂ ਦਾ ਹੁਕਮ ਹੈ। ਕਈਆਂ ਦੇ ਸਰੀਰ ਤਿਆਗਣ ਦਾ ਸਬੱਬ ਜਿਹੜਾ ਉਹ ਮਹਾਮਾਰੀ ਬਣ ਗਈ ਹੈ। ਕਈਆਂ ਦਾ ਐਕਸੀਡੈਂਟ ਬਣ ਜਾਂਦਾ ਹੈ, ਕਈ ਸੁੱਤੇ ਹੀ ਸੌਂ ਜਾਂਦੇ ਆ। ਸਾਧ ਸੰਗਤ ਜੀ, ਇਹ ਵੱਖ-ਵੱਖ ਸਬੱਬ ਬਣ ਜਾਂਦੇ ਆ ਸਰੀਰ ਤਿਆਗਣ ਦੇ। ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ। ਉਂਝ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਇੱਕ ਆਸ ਦੀ ਕਿਰਨ ਵਿਖਾਈ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸਿੱਖੋ ਕੋਈ ਨਹੀਂ ਪਤਾ ਕਿਹਦੀ ਮੌਤ ਕਿਸ ਤਰ੍ਹਾਂ ਦੀ ਹੋਣੀ ਹੈ। ਅੱਜ ਦੇਖੋ ਇੰਗਲੈਂਡ ਵਿੱਚ ਕਿੰਨੇ ਸਿੱਖਾਂ ਨੇ ਸਰੀਰ ਤਿਆਗਿਆ ਹੈ, ਉੱਥੋਂ ਦੇ ਲੋਕਾਂ ਨੇ ਸਰੀਰ ਤਿਆਗਿਆ। ਇਸੇ ਤਰ੍ਹਾਂ ਇਟਲੀ ਵਿੱਚ ਬੜੇ ਲੋਕ ਮਰੇ ਹਨ, ਚੀਨ ਵਿੱਚ ਵੀ ਮਰੇ ਹਨ। ਖੁਦ ਗੋਲੀਆਂ ਮਾਰ ਮਾਰ ਕੇ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੂੰ ਇਹ ਰੋਗ ਲੱਗਾ ਸੀ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਹੈ ਕਿਹਦੀ ਮੌਤ ਕਿਸ ਤਰ੍ਹਾਂ ਦੀ ਆਉਣੀ ਹੈ, ਪਰ ਸੱਚੇ ਪਾਤਸ਼ਾਹ ਬਾਣੀ ਵਿੱਚ ਇੱਕ ਆਸ ਦੀ ਕਿਰਨ ਸਾਨੂੰ ਬਖਸ਼ਿਸ਼ ਕਰਦੇ ਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ, ਕਿਆ ਜਾਣ ਕਿ ਮਰਹੇਂਗੇ ਕੈਸਾ ਮਰਨਾ ਹੋਏ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਹੈ ਕਿਵੇਂ ਮਰਨਾ ਹੈ, ਮੌਤ ਕਿਸ ਤਰ੍ਹਾਂ ਦੀ ਆਉਣੀ ਹੈ, ਪਰ ਜੇਕਰ ਸਾਹਿਬ ਮਨ ਹੋ ਨਾ ਵੀਸਰ ਤਾਂ ਸਹਿਲਾ ਮਰਨਾ ਹੋਏ। ਜੇਕਰ ਰੱਬ ਤੁਹਾਡੇ ਚੇਤੇ ਵਿੱਚ ਹੈ ਤਾਂ ਮੌਤ ਵੀ ਸੌਖੀ ਆਉਂਦੀ ਹੈ, ਫਿਰ ਮੌਤ ਔਖੀ ਨਹੀਂ ਆਉਂਦੀ। ਔਰ ਗੁਰਸਿੱਖ ਨੂੰ ਮਹਾਰਾਜ ਨੇ ਹਰ ਸਮੇਂ ਇਸ ਗੱਲ ਨੂੰ ਮਹਿਸੂਸ ਕਰਨ ਵਾਸਤੇ ਹੁਕਮ ਕੀਤਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਾਈਂ ਬੁੱਢਣ ਸ਼ਾਹ ਦੇ ਕੋਲ ਗਏ ਆ। ਇਤਿਹਾਸ ਵਿੱਚ ਆਉਂਦਾ ਹੈ ਸਾਈਂ ਬੁੱਢਣ ਸ਼ਾਹ ਬੜੇ ਬਜ਼ੁਰਗ ਹੋ ਗਏ ਸਨ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਮਨ ਨਹੀਂ ਟਿਕਦਾ। ਆਪੋ ਆਪਣੀ ਭਗਤੀ ਹੈ। ਭਗਤ ਪ੍ਰਹਿਲਾਦ ਸਾਹਿਬ ਵਰਗਿਆਂ ਮਹਾਂਪੁਰਖਾਂ ਦਾ ਬਚਪਨ ਵਿੱਚ ਹੀ ਮਨ ਟਿਕ ਗਿਆ, ਪਰ ਸਾਈਂ ਬੁੱਢਣ ਸ਼ਾਹ ਬਜ਼ੁਰਗ ਹੋ ਗਏ, ਕਹਿੰਦੇ ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ, ਸਾਈਂ ਜੀ ਖੁਦਾ ਨੂੰ ਜਦੋਂ ਯਾਦ ਕਰਦੇ ਹੁੰਦੇ ਜੇ ਮੌਤ ਨੂੰ ਨੇੜੇ ਸਮਝਿਆ।
ਸਮਝਿਆ ਕਰੋ ਇਹ ਮੇਰਾ ਸਵਾਸ ਅੰਤਮ ਸਵਾਸ ਹੈ। ਫਿਰ ਵੇਖਿਓ ਕਿਵੇਂ ਨਾਮ ਜਪਣ ਨੂੰ ਮਨ ਕਰਦਾ। ਭਾਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਪਹਿਲਾਂ ਇਹਨੂੰ ਕਬੂਲ ਕਰਨਾ। ਜਿਨੇ ਮੌਤ ਨੂੰ ਨੇੜੇ ਸਮਝ ਲਿਆ ਪਿਆਰਿਓ, ਨੇ ਰੱਬ ਨੂੰ ਨੇੜੇ ਸਮਝ ਲਿਆ। ਜਿਹਨੇ ਮੌਤ ਨੂੰ ਨੇੜੇ ਨਹੀਂ ਸਮਝਿਆ ਉਹਨੇ ਰੱਬ ਨੂੰ ਨੇੜੇ ਵੀ ਨਹੀਂ ਸਮਝਿਆ। ਔਰ ਬੰਦਗੀ ਕਰਦਿਆਂ ਕਰਦਿਆਂ ਇੱਕ ਸਮਾਂ ਐਸਾ ਆ ਜਾਂਦਾ ਹੈ ਬੰਦੇ ਉੱਤੇ, ਜਦੋਂ ਮਨੁੱਖ ਸਾਧ ਸੰਗਤ ਜੀ ਇਉਂ ਮਹਿਸੂਸ ਕਰਦਾ ਹੈ ਕਿ ਜਿਵੇਂ ਹੁਣ ਬੜਾ ਥੋੜਾ ਸਮਾਂ ਰਹਿ ਗਿਆ। ਮਹਾਰਾਜ ਨੇ ਇਹਨੂੰ ਮਹਿਸੂਸ ਕਰਨ ਵਾਸਤੇ ਆਖਿਆ। ਸਤਿਗੁਰੂ ਕਹਿਣ ਲੱਗੇ, ਭਾਈ ਉਸ ਬੱਚੇ ਦੀਆਂ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਤਾਂ ਉਹਨੇ ਸਰੀਰ ਛੱਡ ਦਿੱਤਾ। ਮੈਂ ਬੇਨਤੀ ਕਰਨਾ, ਸਾਡੀਆਂ ਵੀ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋਣੀਆਂ ਅਸੀਂ ਵੀ ਉਦੋਂ ਹੀ ਸਰੀਰ ਛੱਡਣਾ, ਉਸ ਤੋਂ ਪਹਿਲਾਂ ਸਰੀਰ ਛੁੱਟ ਨਹੀਂ ਸਕਦਾ। ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਧੀਰਜ ਦੇਣ ਵਾਸਤੇ, ਕਿਉਂਕਿ ਉਹ ਕਬੀਲੇ ਵਾਲੇ ਰੋਈ ਜਾ ਰਹੇ ਸਨ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਵੀ ਸ਼ਾਇਦ ਸਾਡੀ ਭੁੱਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਕਬੀਲੇ ਵਾਲਿਆਂ ਨੂੰ ਫਿਰ ਸਤਿਗੁਰੂ ਜੀ ਨੇ ਧੀਰਜ ਦੇਣ ਵਾਸਤੇ ਗੁਰਬਾਣੀ ਉਚਾਰਨ ਕੀਤੀ, ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ। ਜਿਹੜੇ ਸਿੱਖ ਕੀਰਤਨ ਕਰਦੇ ਆ, ਕਥਾ ਕਰਦੇ ਆ, ਪਾਠ ਕਰਦੇ ਆ, ਜਾਂ ਜਿਹੜੇ ਫਿਰ ਸਹਿਜ ਪਾਠ ਕਰਦੇ ਆ, ਉਹਨਾਂ ਨੂੰ ਉਸ ਸ਼ਬਦ ਦਾ ਪਤਾ ਹੈ। ਉਹ ਸ਼ਬਦ ਕਿਹੜਾ? ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ, ਪਹਿਲਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਹੁਕਮ ਪਾਇਆ ਗਰਭਾਸ। ਚਾਰ ਪਹਿਰੇ ਸਤਿਗੁਰੂ ਨੇ ਇਸ ਪਦੇ ਦੇ ਲਿਖੇ ਆ, ਇਸ ਸ਼ਬਦ ਦੇ ਲਿਖੇ ਆ। ਔਰ ਚਾਰ ਪਹਿਰੇ ਸਾਡੀਆਂ ਚਾਰ ਅਵਸਥਾਵਾਂ ਦਾ ਜ਼ਿਕਰ ਸੱਚੇ ਪਾਤਸ਼ਾਹ ਨੇ ਬਾਣੀ ਚ ਕੀਤਾ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਕਿਰਪਾ ਕੀਤੀ ਹੈ। ਰੈਣ ਕਾ ਵਣਜਾਰਾ ਸ਼ਬਦ ਇਸ ਤੁਕ ਵਿੱਚ ਸਾਡੇ ਲਈ ਵਰਤਿਆ। ਪਹਿਲਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ। ਰਾਤ ਦਾ ਵਣਜਾਰਾ, ਰੈਣ ਮਤਲਬ ਰੈਣ ਦਾ ਅਰਥ ਹੁੰਦਾ ਹੈ ਰਾਤ। ਜਿਵੇਂ ਮਹਾਰਾਜ ਬਾਣੀ ਚ ਕਹਿੰਦੇ ਆ, ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਰੈਣ ਰਾਤ। ਰੈਣ ਗਈ ਮਤ ਦਿਨ ਭੀ ਜਾਏ। ਮਹਾਰਾਜ ਨੇ ਆਖਿਆ ਬੰਦਾ ਰਾਤ ਦਾ ਵਣਜਾਰਾ ਹੈ। ਸਤਿਗੁਰੂ ਨੇ ਸਾਨੂੰ ਰਾਤ ਦਾ ਵਣਜਾਰਾ ਕਿਉਂ ਆਖਿਆ? ਪਹਿਲੀ ਗੱਲ, ਰਾਤ ਦੇ ਚਾਰ ਪਹਿਰ ਹੁੰਦੇ। ਜਿਹੜੇ ਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤੇ ਇਹਨਾਂ ਪਹਿਰਾਂ ਦਾ ਪਤਾ ਨਹੀਂ ਹੈ। ਜਿਵੇਂ ਅਸੀਂ 24 ਘੰਟੇ ਮੰਨਦੇ ਆ, ਪੁਰਾਤਨ ਸਮੇਂ ਵਿੱਚ 8 ਪਹਿਰ ਹੁੰਦੇ ਸਨ ਔਰ 2, 2.5 ਤੋਂ 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਸੀਗਾ। 4 ਪਹਿਰ ਦਿਨ ਦੇ ਮੰਨੇ ਜਾਂਦੇ ਆ, 4 ਪਹਿਰ ਰਾਤ ਦੇ ਮੰਨੇ ਜਾਂਦੇ ਆ। ਔਰ ਜਿਹੜੇ ਰਾਤ ਦੇ 4 ਪਹਿਰ ਨੇ ਉਹਨਾਂ ਦਾ ਵਣਜਾਰਾ ਮਹਾਰਾਜ ਨੇ ਸਾਨੂੰ ਆਖਿਆ। ਕਿਉਂ? ਕਿਉਂਕਿ ਸਾਧ ਸੰਗਤ ਜੀ, ਤੰਦਰੁਸਤ ਪੁਰਸ਼ ਜਿਹੜਾ ਹੈ, ਜਿਹਨੇ ਸਾਰੀ ਦਿਹਾੜੀ ਰੱਜ ਕੇ ਕੰਮ ਕੀਤਾ ਹੈ, ਰਾਤ ਕਿਹੜੇ ਵੇਲੇ ਬਤੀਤ ਹੁੰਦੀ ਹੈ ਉਹਨੂੰ ਪਤਾ ਨਹੀਂ ਲੱਗਦਾ। ਉਹ ਸੌਂ ਜਾਂਦਾ। ਕਈ ਵਾਰੀ ਫਿਰ ਸਵੇਰੇ ਅਲਾਰਮ ਵੱਜਦਾ, ਨਿਤਨੇਮ ਦਾ ਸਮਾਂ ਲੰਘ ਜਾਂਦਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਔਰ ਬੰਦਾ ਕਹਿੰਦਾ ਜੇ ਪਤਾ ਹੀ ਨਹੀਂ ਲੱਗਾ ਰਾਤ ਕਿਹੜੇ ਵੇਲੇ ਬਤੀਤ ਹੋ ਗਈ। ਬਸ ਜਿਵੇਂ ਰਾਤ ਕਿਸ ਵੇਲੇ ਬਤੀਤ ਹੋ ਗਈ, ਆਮ ਬੰਦੇ ਨੂੰ ਇਹਦਾ ਨਹੀਂ ਪਤਾ ਲੱਗਦਾ। ਇਸੇ ਤਰ੍ਹਾਂ ਜ਼ਿੰਦਗੀ ਵੀ ਇੱਕ ਰਾਤ ਵਰਗੀ ਹੈ। ਕਈ ਵਾਰੀ ਬੰਦੇ ਨੂੰ ਜ਼ਿੰਦਗੀ ਵੀ ਕਿਹੜੇ ਵੇਲੇ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਬਜ਼ੁਰਗਾਂ ਨੂੰ ਆਖੀਏ ਨਾ ਵੀ ਬਾਪੂ ਜੀ ਨਾਮ ਜਪ ਲਓ, ਮੌਤ ਦੀ ਗੱਲ ਕਰੀਏ, ਉਹ ਕਹਿੰਦੇ ਨਹੀਂ ਨਹੀਂ ਅਜੇ ਨਹੀਂ ਇਹ ਗੱਲ ਕਰਨੀ, ਅਜੇ ਕੱਲ ਦੀਆਂ ਹੀ ਗੱਲਾਂ ਨੇ, ਅਜੇ ਤੇ ਸਾਡਾ ਬਜ਼ੁਰਗ ਕਹਿੰਦੇ ਅਜੇ ਤਾਂ ਅਸੀਂ ਜਵਾਨ ਹੈ। ਸੋ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਪਹਿਲਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ। ਆਪਣਾ ਮਿੱਤਰ ਆਖਿਆ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਕਹਿੰਦੇ ਹੋ ਮੇਰੇ ਮਿੱਤਰਾ, ਮੇਰੇ ਦੋਸਤ, ਜ਼ਿੰਦਗੀ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਤੇ ਫਿਰ ਕਿਹੜਾ ਸਮਾਂ ਆਇਆ?
ਹੁਕਮ ਭਇਆ ਗਰਭਾਸ, ਤੇਰਾ ਮਾਤਾ ਦੇ ਉਦਰ ਵਿੱਚ ਆ ਕੇ ਨਿਵਾਸ ਹੋਇਆ। ਮੇਰਾ ਵੀ ਹੋਇਆ, ਤੁਹਾਡਾ ਵੀ ਹੋਇਆ। ਜਿੰਨੇ ਜਨਮੇ ਆ ਮਾਤਾ ਦੀ ਕੁੱਖ ਵਿੱਚ ਪਹਿਲਾਂ ਆਏ। ਹੁਕਮ ਭਇਆ ਗਰਭਾਸ, ਮਹਾਰਾਜ ਕਹਿੰਦੇ ਬੰਦਿਆ ਤੂੰ ਉੱਥੇ ਕੀ ਕਰਦਾ ਸੀ? ਸਤਿਗੁਰੂ ਕਹਿੰਦੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਬਖਾਣੈ, ਉਰਦ ਧਿਆਨ ਜਿਵ ਲਾਗਾ। ਨਾਮਰ ਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਗਾ। ਸਤਿਗੁਰੂ ਕਹਿਣ ਲੱਗੇ ਜ਼ਿੰਦਗੀ ਦਾ ਪਹਿਲਾ ਪੈਰ ਸ਼ੁਰੂ ਹੋਇਆ, ਤੂੰ ਮਾਂ ਦੀ ਕੁੱਖ ਵਿੱਚ ਆ ਕੇ ਵਸਿਆ, ਮਾਤਾ ਦੀ ਕੁੱਖ ਵਿੱਚ ਆ ਕੇ ਨਿਵਾਸ ਹੋਇਆ। ਔਰ ਇਹ ਵੀ ਵਾਹਿਗੁਰੂ ਦਾ ਹੁਕਮ ਹੋਇਆ। ਹੁਕਮ ਭਇਆ ਗਰਭਾਸ, ਬਸ ਉਹਦਾ ਹੁਕਮ ਹੀ ਹੈ। ਮਾਤਾ ਦੀ ਉਦਰ ਵਿੱਚ ਵੀ ਸਾਡਾ ਤਾਂ ਵਾਸਾ ਹੋਇਆ ਜਦੋਂ ਉਸ ਵਾਹਿਗੁਰੂ ਦਾ ਹੁਕਮ ਹੋਇਆ। ਮੌਤ ਤੱਕ ਉਦੋਂ, ਮੌਤ ਵੀ ਉਦੋਂ ਹੁੰਦੀ ਜਦੋਂ ਉਹਦਾ ਹੁਕਮ ਹੁੰਦਾ ਹੈ। ਜਪਜੀ ਸਾਹਿਬ ਜੀ ਦੀ ਬਾਣੀ ਤੁਸੀਂ ਪੜ੍ਹਦੇ ਹੋ। ਜਪਜੀ ਸਾਹਿਬ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਤੁਹਾਡਾ ਜ਼ਿੰਦਗੀ ਉੱਤੇ ਹੀ ਜ਼ੋਰ ਹੈ, ਮਹਾਰਾਜ ਕਹਿੰਦੇ ਬੰਦਿਆ, ਤੇ ਨਾ ਤੇਰਾ ਮਰਨ ਉੱਤੇ ਹੀ ਜ਼ੋਰ ਹੈ ਵੀ ਮੈਂ ਆਪਣੀ ਮਰਜ਼ੀ ਨਾਲ ਮਰਾਂ। ਆਪਣੀ ਮਰਜ਼ੀ ਨਾਲ ਤੂੰ ਮਰ ਵੀ ਨਹੀਂ ਸਕਦਾ ਤੇ ਆਪਣੀ ਮਰਜ਼ੀ ਦੇ ਨਾਲ ਤੂੰ ਜੀ ਵੀ ਨਹੀਂ ਸਕਦਾ। ਸਭ ਹੁਕਮ ਵਿੱਚ। ਕਈ ਵਾਰੀ ਬੰਦਾ ਸੁਸਾਈਡ ਕਰਨ ਚਲੇ ਜਾਂਦਾ ਹੈ। ਗੁਰਮਤਿ ਵਿੱਚ ਆਤਮ ਹੱਤਿਆ ਪ੍ਰਵਾਨ ਨਹੀਂ ਹੈ, ਪਰ ਬੰਦਾ ਆਤਮ ਹੱਤਿਆ ਕਰਨ ਚਲੇ ਜਾਂਦਾ ਹੈ। ਜਦੋਂ ਆਤਮ ਹੱਤਿਆ ਕਰਨ ਜਾਂਦਾ ਹੈ, ਬਚ ਜਾਂਦਾ ਹੈ, ਮੌਤ ਨਹੀਂ ਹੁੰਦੀ। ਕਿਉਂਕਿ ਮਰਨ ਨਹਿ ਜੋਰ, ਬੰਦੇ ਦਾ ਮੌਤ ਉੱਤੇ ਵੀ ਜ਼ੋਰ ਨਹੀਂ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਰੱਬ ਦਾ ਹੁਕਮ ਜਾ ਕੇ ਤੇਰਾ ਮਾਤਾ ਦੇ ਉਦਰ ਵਿੱਚ ਨਿਵਾਸ ਹੋਇਆ। ਅੱਗੋਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਜੀ। ਮਹਾਰਾਜ ਕਹਿੰਦੇ ਆ, ਭਾਈ ਉੱਥੇ ਤੂੰ ਪੁੱਠਾ ਲਟਕਿਆ ਸੈਂ ਔਰ ਤੂੰ ਨਾਮ ਜਪਦਾ ਸੈਂ। ਇਹ ਜ਼ਿੰਦਗੀ ਦਾ ਪਹਿਲਾ ਪੈਰ ਹੈ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ। ਔਰ ਇਹ ਸਾਰਿਆਂ ਨੇ, ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਪਹਿਰ ਵਿੱਚ ਇਹ ਕੰਮ ਕੀਤਾ ਹੈ। ਪਹਿਲੇ ਪੜਾਅ ਵਿੱਚ ਇਹ ਕੰਮ ਕੀਤਾ ਹੈ। ਪੁੱਠੇ ਸਾਂ, ਸਰੀਰ ਸਾਡਾ ਪੁੱਠਾ ਸੀ, ਪਰ ਧਿਆਨ ਸਾਡਾ ਸਿੱਧਾ ਸੀ। ਉੱਥੇ ਵਾਹਿਗੁਰੂ ਜੀ ਦਾ ਨਾਮ ਜਪਦਾ ਸੀ ਬੰਦਾ। ਤੇ ਮਹਾਰਾਜ ਕਹਿਣ ਲੱਗੇ, ਫਿਰ ਭਾਈ ਦੂਜਾ ਪਹਿਰ ਤੇਰੀ ਜ਼ਿੰਦਗੀ ਦਾ ਸ਼ੁਰੂ ਹੋਇਆ। ਦੂਜਾ ਪਹਿਰ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜਿਹੜਾ ਧਿਆਨ ਮਾਤਾ ਦੇ ਉਦਰ ਵਿੱਚ, ਕੁੱਖ ਵਿੱਚ ਲੱਗਾ ਸੀ ਨਾ ਪਰਮੇਸ਼ਰ ਦੇ ਨਾਲ, ਬਸ ਜਦੋਂ ਜਨਮ ਲਿਆ ਰੱਬ ਤੋਂ ਧਿਆਨ ਟੁੱਟਿਆ ਸਾਡਾ ਸਾਰਿਆਂ। ਸਾਡੇ ਵਰਗਿਆਂ ਦਾ ਟੁੱਟ ਜਾਂਦਾ ਹੈ। ਜਿਹੜੇ ਰੱਬੀ ਪੁਰਸ਼ ਹੁੰਦੇ ਆ, ਮਹਾਂਪੁਰਖ ਹੁੰਦੇ ਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹ ਸੰਸਾਰ ਵਿੱਚ ਆਉਂਦੇ ਆ, ਧਿਆਨ ਟੁੱਟਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਿਉਂ ਟੁੱਟਦਾ? ਕਿਉਂਕਿ ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸੋਦਾ ਘਰ ਕਾਨ। ਕਹਿੰਦੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੂੰ ਸਾਰੇ ਫੜ ਫੜ ਕੇ ਹੱਥ ਵਿੱਚ ਫੜ ਕੇ ਨਚਾਉਂਦੇ ਆ, ਲਾਡ ਲਡਾਉਂਦੇ ਆ, ਕਹਿੰਦੇ ਉਵੇਂ ਤੈਨੂੰ ਵੀ ਫੜ ਫੜ ਕੇ ਨਚਾਉਂਦੇ ਆ। ਮਾਂ ਕਹਿੰਦੀ ਹੈ ਮੇਰਾ ਪੁੱਤ ਹੈ, ਧੀ ਪਿਤਾ ਕਹਿੰਦਾ ਹੈ ਮੇਰਾ ਪੁੱਤ ਹੈ, ਮੇਰੀ ਧੀ ਹੈ। ਕੰਨਾਂ ਵਿੱਚ ਐਸਾ ਮੇਰਾ ਸ਼ਬਦ ਵੜ ਜਾਂਦਾ ਹੈ, ਪਿਆਰਿਓ ਸਾਰੀ ਉਮਰ ਫਿਰ ਮੇਰਾ ਮੇਰਾ ਨਹੀਂ ਜੇ ਭੁੱਲਦਾ। ਔਰ ਸਤਿਗੁਰੂ ਬਾਣੀ ਵਿੱਚ ਕਹਿੰਦੇ, ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਕਰਦਿਆਂ ਫਿਰ ਸਾਰਾ ਜਨਮ ਹੀ ਚਲੇ ਜਾਂਦਾ। ਸੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜ਼ਿੰਦਗੀ ਦਾ ਦੂਜਾ ਪੈਰ ਦੱਸਦੇ, ਕਹਿੰਦੇ ਧਿਆਨ ਵਿਸਰਦਾ। ਦਾਸ ਨੇ ਮੰਗਲ ਵਿੱਚ ਇੱਕ ਪੰਕਤੀ ਪੜ੍ਹੀ ਸੀਗੀ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ। ਇਹ ਕੀ ਹੈ? ਇਹ ਸਾਧ ਸੰਗਤ ਜੀ ਧਿਆਨ ਵਿਸਰਦਾ। ਪਹਿਲਾਂ ਮਾਤਾ ਦੇ ਦੁੱਧ ਨਾਲ ਪਿਆਰ ਹੁੰਦਾ ਹੈ, ਫਿਰ ਮਾਂ ਦੀ ਸੋਝੀ ਪੈਂਦੀ ਹੈ, ਪਿਤਾ ਦੀ ਸੋਝੀ ਪੈਂਦੀ ਹੈ, ਤੀਜਾ ਭਈਆ। ਤੀਜੇ ਨੰਬਰ ਤੇ ਪਤਾ ਲੱਗਦਾ ਹੈ ਮੇਰਾ ਭਰਾ ਹੈ, ਇਹ ਮੇਰੀ ਭਾਬੀ ਹੈ, ਇਹ ਮੇਰੀ ਭੈਣ ਹੈ। ਤੀਜਾ ਭਈਆ ਭਾਬੀ ਬੇਬ। ਚੌਥਾ ਪਿਆਰ ਉਪੰਨੀ ਖੇਡ। ਚੌਥੇ ਤੇ ਹਿਰਦੇ ਵਿੱਚ ਵਾਸ਼ਨਾਵਾਂ ਦਾ ਜਨਮ ਹੁੰਦਾ ਹੈ, ਪਿਆਰ ਪੈਂਦਾ।
ਭੈਣ ਨਾਲ ਪਿਆਰ ਪੈ ਗਿਆ, ਮਾਂ ਨਾਲ ਪੈ ਗਿਆ, ਸਾਰਿਆਂ ਨਾਲ ਪਿਆਰ ਪੈ ਗਿਆ। ਜਿਸ ਨਾਲ ਪਿਆਰ ਪਾਉਣਾ ਸੀ, ਮਹਾਰਾਜ ਕਹਿੰਦੇ ਉਹਦੇ ਨਾਲ ਪਿਆਰ ਨਹੀਂ ਪਿਆ। ਉਹ ਹੈ ਸਤਿਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਨੇ ਦੂਜਾ ਪੈਰ ਲਿਖਿਆ, ਤੀਜਾ ਪੈਰ ਲਿਖਿਆ ਸਾਧ ਸੰਗਤ ਦੀ। ਤੀਜਾ ਪੈਰ ਕੀ ਹੈ? ਸਤਿਗੁਰੂ ਬਾਣੀ ਵਿੱਚ ਕਹਿੰਦੇ ਤੀਜਾ ਪੈਰ ਹੈ ਉਸ ਵਿੱਚ ਦੋ ਚੀਜ਼ਾਂ ਨਾਲ ਜ਼ਿਆਦਾ ਪਿਆਰ ਰਹਿੰਦਾ ਹੈ। ਤੀਜਾ ਪਹਿਰ ਹੈ ਰਹਿਣ ਕੈ ਬਨ ਜਾ ਰਿਹਾ ਮਿੱਤਰਾ, ਧਨ ਜੋਬਨ ਸਿਉ ਚਿੱਤ। ਧਨ ਕਹਿੰਦੇ ਆ ਮਾਇਆ ਨੂੰ, ਜੋਬਨ ਕਹਿੰਦੇ ਆ ਜਵਾਨੀ ਨੂੰ। ਸੱਚੇ ਪਾਤਸ਼ਾਹ ਕਹਿੰਦੇ ਆ ਮਾਇਆ ਦੇ ਨਾਲ ਤੇ ਜਵਾਨੀ ਦੇ ਨਾਲ ਬੰਦੇ ਦਾ ਪਿਆਰ ਪੈ ਜਾਂਦਾ ਹੈ। ਤੀਜੇ ਪਹਿਰ ਵਿੱਚ ਬਸ ਪੈਸੇ ਹੀ ਚੰਗੇ ਲੱਗਦੇ ਆ ਜਾਂ ਫਿਰ ਜਵਾਨੀ ਚੰਗੀ ਲੱਗਦੀ। ਔਰ ਮਹਾਰਾਜ ਕਹਿੰਦੇ ਇਹਦੇ ਵਿੱਚ ਪੈ ਕੇ ਬੰਦਾ ਜਨਮ ਬਰਬਾਦ ਕਰ ਲੈਂਦਾ। ਤੀਜਾ ਪਹਿਰ ਕੀ ਹੈ? ਤੀਜੇ ਪਹਿਰ ਵਿੱਚ ਪਿਆਰਿਓ ਵਿਕਾਰਾਂ ਦਾ ਹੜ੍ਹ ਹੁੰਦਾ, ਜਿਹਨੂੰ ਫਲੱਡ ਕਹਿ ਦਿੰਦੇ। ਹੜ੍ਹ ਕਿਹਨੂੰ ਕਹਿੰਦੇ ਆ? ਫਲੱਡ ਕਿਹਨੂੰ ਕਹਿੰਦੇ ਆ? ਜਿੰਨਾ ਚਿਰ ਤੱਕ ਤੇ ਇੱਕ ਦਰਿਆ ਕਿਨਾਰਿਆਂ ਵਿੱਚ ਹੈ, ਜਿੰਨਾ ਚਿਰ ਤੱਕ ਦਰਿਆ ਦੇ ਕਿਨਾਰੇ ਹਨ, ਪਾਣੀ ਕਿਨਾਰਿਆਂ ਦੇ ਵਿੱਚ ਬਹਿ ਕੇ ਤੁਰ ਰਿਹਾ, ਉਹਨਾਂ ਚਿਰ ਤੱਕ ਤੇ ਉਹ ਦਰਿਆ ਹੈ। ਪਰ ਜਦੋਂ ਪਾਣੀ ਬਹੁਤ ਜ਼ਿਆਦਾ ਹੋਵੇ ਉਹ ਫਿਰ ਕਿਨਾਰੇ ਤੋੜ ਦਿੰਦਾ ਹੈ, ਤੇ ਜਦੋਂ ਉਹ ਕਿਨਾਰੇ ਤੋੜਦਾ ਫਿਰ ਉਹ ਪ੍ਰਵਾਹ ਨਹੀਂ ਕਰਦਾ। ਕੋਈ ਰੁੱਖ ਆਵੇ, ਗੱਡੀ ਆਵੇ, ਮਨੁੱਖ ਆਵੇ, ਫਲੱਡ ਸਾਰਿਆਂ ਨੂੰ ਡੋਬੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਸਿੱਖਾ, ਪਰਮੇਸ਼ਰ ਦਾ ਨਾਮ, ਗੁਰੂ ਦੀ ਬਖਸ਼ੀ ਮਰਿਆਦਾ ਤੇਰੀ ਜ਼ਿੰਦਗੀ ਦੇ ਕਿਨਾਰੇ ਹੋਣੇ ਚਾਹੀਦੇ। ਜਿੰਨਾ ਚਿਰ ਤੱਕ ਜ਼ਿੰਦਗੀ ਉਹਨਾਂ ਕਿਨਾਰਿਆਂ ਦੇ ਵਿੱਚ ਬਹਿ ਕੇ ਤੁਰਦੀ ਹੈ ਨਾ ਜੀ, ਉਹਨਾਂ ਚਿਰ ਤੱਕ ਤਾਂ ਸਾਡਾ ਜੀਵਨ ਹੈ ਠੀਕ। ਪਰ ਜਦੋਂ ਬੰਦਾ ਮਰਿਆਦਾ ਦੇ ਕਿਨਾਰੇ ਤੋੜ ਦਿੰਦਾ ਹੈ ਨਾ ਜੀ, ਉਸ ਸਮੇਂ ਫਿਰ ਕੀ ਬਣਦਾ? ਫਿਰ ਵਿਕਾਰਾਂ ਦਾ ਹੜ੍ਹ ਹੁੰਦਾ। ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ। ਔਰ ਕਿਸੇ ਦੀ ਪਰਵਾਹ ਨਹੀਂ ਕੀਤੀ ਹੈ ਜਿਹੜੀ ਮਹਾਮਾਰੀ ਸ਼ੁਰੂ ਹੋਈ ਹੈ ਸੰਸਾਰ ਵਿੱਚ। ਕੀ ਸ਼ੁਰੂ ਹੋਈ ਹੈ? ਛੋਟੇ ਛੋਟੇ ਜਾਨਵਰਾਂ ਦੇ ਜਿੰਦੇ ਬੱਚਿਆਂ ਨੂੰ ਸਾਧ ਸੰਗਤ ਜੀ ਉਹ ਖਾਂਦੇ ਆ। ਜਿੰਦਿਆਂ ਦਾ ਖੂਨ ਕੱਢ ਕੱਢ ਕੇ ਪੀ ਰਹੇ ਹੈ, ਜਿਸ ਨਾਲ ਇਹ ਮਹਾਮਾਰੀ ਫੈਲੀ। ਜਿੰਦਿਆਂ ਦਾ ਖੂਨ ਕੱਢ ਕੱਢ ਕੇ ਪੀ ਰਹੇ, ਜਿੰਦਿਆਂ ਨੂੰ ਤਲ ਰਹੇ ਆ, ਔਰ ਤਲੇ ਹੋਏ ਜਾਨਵਰ ਅਜੇ ਸਹਿਕਣ ਦੇ ਹੈ, ਉਹਨਾਂ ਨੂੰ ਖਾ ਰਹੇ ਆ ਸਵਾਦ। ਫਿਰ ਕੀ ਹੈ? ਫਿਰ ਬੰਦੇ ਦੇ ਆਪਣੇ ਕਰਮ ਹੀ ਨੇ ਤੇ ਇਹੋ ਜਿਹੀ ਮਹਾਮਾਰੀ ਫੈਲੀ ਹੈ। ਇਹ ਕੀ ਹੈ? ਮਹਾਰਾਜ ਕਹਿੰਦੇ ਜਵਾਨੀ ਵਿੱਚ ਵਿਕਾਰਾਂ ਦਾ ਹੜ੍ਹ ਆਇਆ ਹੁੰਦਾ ਹੈ। ਜਵਾਨੀ ਵਿੱਚ ਜੇ ਕੋਈ ਵਾਹਿਗੁਰੂ ਦਾ ਨਾਮ ਜਪੇ ਤੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਇੱਕ ਬਾਣੀ ਚ ਕਿਰਪਾ ਵਾਹਿਗੁਰੂ ਪੰਕਤੀ ਕਹਿੰਦੇ ਆ, ਫਰੀਦਾ ਉਮਰ ਸੁਹਾਵਣੀ। ਕਹਿੰਦੇ ਉਮਰ ਸੁਹਾਵਣੀ ਹੋਵੇ, ਜਵਾਨੀ ਦੀ ਉਮਰ ਹੋਵੇ, ਸੰਗ ਸਵੰਨੜੀ ਦੇ ਨਾਲ ਤੇਰੇ ਚੰਗਾ ਸਰੀਰ ਹੋਵੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਵਿਰਲੇ ਕੇ ਹੀ ਪਾਇਨ ਜਿਨ੍ਹਾਂ ਪਿਆਰੇ ਨੇ। ਉਹ ਵਿਰਲੇ ਹੀ ਨੇ ਜਿਨ੍ਹਾਂ ਦਾ ਚੰਗੇ ਸਰੀਰ ਤੇ ਚੰਗੀ ਉਮਰ ਵਿੱਚ ਵੀ ਪਿਆਰੇ ਨਾਲ ਪਿਆਰ ਪੈ ਜੇ, ਵਾਹਿਗੁਰੂ ਦੇ ਨਾਲ ਪਿਆਰ ਪੈ ਜੇ। ਬਾਬਾ ਦੀਪ ਸਿੰਘ ਜੈਸੇ ਗੁਰਮੁਖ ਮਹਾਂਪੁਰਖ ਵਿਰਲੇ ਹੀ ਹਨ। ਸੋ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਆ, ਕਹਿੰਦੇ ਵਿਕਾਰਾਂ ਦਾ ਹੜ੍ਹ ਹੁੰਦਾ ਹੈ। ਤੀਜੇ ਪਹਿਰ ਜਿਹੜਾ ਹੈ ਉਹ ਇਹਨਾਂ ਵਿੱਚ ਗਰਕ ਹੋ ਜਾਂਦਾ। ਚੌਥਾ ਪਹਿਰ ਆਇਆ ਜ਼ਿੰਦਗੀ ਦਾ। ਚੌਥਾ ਪਹਿਰ ਕੀ ਹੈ? ਸਤਿਗੁਰੂ ਬਾਣੀ ਵਿੱਚ ਲਿਖਦੇ, ਚੌਥਾ ਪਹਿਰ ਰਹਿਣ ਕੈ ਬਨ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ। ਮਹਾਰਾਜ ਕਹਿਣ ਲੱਗੇ ਜਿਵੇਂ ਫਸਲ ਪੱਕ ਜਾਂਦੀ ਤਾਂ ਉਹਨੂੰ ਵੱਢਣ ਵਾਲਾ ਹੁੰਦਾ, ਲਾਵੀ ਹੁੰਦਾ, ਉਹਨੂੰ ਵੱਢਣ ਵਾਲੇ ਨੂੰ ਲਾਵੀ ਕਹਿੰਦੇ। ਫਸਲ ਪੱਕ ਜਾਂਦੀ ਆ, ਪੱਕੀ ਹੋਈ ਫਸਲ ਨੂੰ ਕੋਈ ਰੱਖਦਾ ਨਹੀਂ ਤੇ ਸੰਸਾਰ ਦਾ ਦਸਤੂਰ ਹੈ। ਜਦੋਂ ਫਸਲ ਪੱਕਦੀ ਹੈ, ਫਸਲ ਨੂੰ ਵੱਢਣ ਵਾਲੇ ਆਉਂਦੇ ਆ। ਅੱਜ ਕੱਲ ਮਸ਼ੀਨਾਂ ਨੇ, ਪਹਿਲਾਂ ਮਨੁੱਖ ਵੱਢਦੇ ਸਨ। ਫਸਲ ਵੱਢੀ ਜਾਂਦੀ ਹੈ, ਮਹਾਰਾਜ ਕਹਿੰਦੇ ਸਿੱਖਾ ਤੇਰੀ ਦਾੜੀ ਦੇ ਕੇਸ ਚਿੱਟੇ ਹੋ ਗਏ, ਬੰਦਿਆ ਤੇਰੇ ਸਿਰ ਦੇ ਵਾਲ ਚਿੱਟੇ ਹੋ ਗਏ। ਫਸਲ ਪੱਕ ਗਈ ਹੈ। ਤੇ ਜਦੋਂ ਫਸਲ ਪੱਕ ਗਈ ਹੈ, ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਹੁਣ ਇਹਨੂੰ ਵੱਢਣ ਵਾਲੇ ਵੀ ਆ ਜਾਣਗੇ। ਪਰ ਬੰਦਾ ਬਹੁਤ ਚਲਾਕ ਹੈ।
ਇਹ ਵਾਲਾਂ ਨੂੰ ਡਾਈ ਕਰ ਲੈਂਦਾ ਹੈ, ਕਾਲੇ ਕਰ ਲੈਂਦਾ ਹੈ ਵੀ ਸ਼ਾਇਦ ਮੇਰੇ ਵਾਲ ਕਾਲੇ ਹੋ ਜਾਣਗੇ, ਮੇਰੇ ਜਵਾਨੀ ਦਾ ਸਮਾਂ ਮੁੜ ਆਏਗਾ। ਮਹਾਰਾਜ ਕਹਿੰਦੇ ਨਹੀਂ, ਬੈਕ ਗੇਅਰ ਨਾ ਪਾ, ਜਿੰਨੇ ਮਰਜ਼ੀ ਕਾਲੇ ਕਰ, ਜਦੋਂ ਰੱਬ ਚਿੱਟੇ ਕਰਨ ਤੇ ਆ ਜੇ ਫਿਰ ਕੋਈ ਕੈਮੀਕਲ ਰੰਗ ਕਾਲਾ ਨਹੀਂ ਕਰ ਸਕਦਾ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਫਸਲ ਪੱਕ ਗਈ ਹੈ, ਲਾਵੀ ਆਇਆ ਹੈ, ਵੱਢਣ ਵਾਸਤੇ ਆ ਗਿਆ। ਲਾਵੀ ਜਦੋਂ ਵੱਢਣ ਵਾਸਤੇ ਆ ਗਿਆ ਤੇ ਫਿਰ ਕੋਈ ਬਚਾ ਨਹੀਂ ਸਕਦਾ ਫਸਲ ਨੂੰ, ਉਹਨੇ ਵੱਢਣਾ ਹੀ ਹੈ, ਉਹ ਆਇਆ ਹੀ ਇੱਥੇ ਕਰਕੇ। ਹੁਣ ਇੱਥੇ ਲਾਵੀ ਕੌਣ ਹੈ? ਮਹਾਰਾਜ ਕਹਿੰਦੇ ਆ ਮੌਤ ਆ ਗਈ, ਮੌਤ, ਫਸਲ ਪੱਕ ਗਈ ਹੈ, ਉਮਰ ਪੂਰੀ ਹੋ ਗਈ ਹੈ, ਬਸ ਚਾਰ ਹੀ ਪੜਾਅ ਨੇ। ਪਹਿਲਾ ਮਾਂ ਦੀ ਕੁੱਖ ਚ ਹੈ, ਦੂਜਾ ਬਚਪਨ ਹੈ, ਤੀਜਾ ਸਾਧ ਸੰਗਤ ਦੀ ਜਵਾਨੀ ਹੈ, ਤੇ ਚੌਥਾ ਬੁਢਾਪਾ ਹੈ। ਸਮਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਲੰਘ ਜਾਂਦਾ। ਬੁਢੇਪੇ ਦੇ ਵਿੱਚ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਰੂਪੀ ਫਸਲ ਨੂੰ ਅਗਲੇ ਵੱਢਣ ਵਾਸਤੇ ਆ, ਤੇ ਅਗਲੇ ਲੈਣ ਆਉਂਦੇ ਆ, ਦੂਤ ਲੈਣ ਆਉਂਦੇ ਆ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ। ਵਿੱਚ ਘਰ ਬੰਦਾ ਲੰਮਾ ਪਿਆ ਹੁੰਦਾ, ਸਾਰੇ ਪਰਿਵਾਰ ਦੇ ਵਿੱਚ ਹੁੰਦਾ, ਪਰ ਜਦੋਂ ਅਗਲੇ ਲੈਣ ਆਉਂਦੇ ਆ ਕਿਸੇ ਨੂੰ ਭੇਦ ਵੀ ਪਤਾ ਨਹੀਂ ਲੱਗਦਾ, ਅਗਲੇ ਵਿੱਚੋਂ ਸਰੀਰ ਦੇ ਜਾਨ ਕੱਢ ਕੇ ਲੈ ਜਾਂਦੇ। ਭਗਤ ਕਬੀਰ ਸਾਹਿਬ ਦੇ ਜੀਵਨ ਦੀ ਇੱਕ ਵਾਰਤਾ ਮੈਂ ਆਪ ਜੀ ਨਾਲ ਸਾਂਝੀ ਕਰਾਂ। ਭਗਤ ਕਬੀਰ ਸਾਹਿਬ ਬੈਠੇ ਤੇ ਭਗਤ ਕਬੀਰ ਜੀ ਦੇ ਕੋਲ ਕੁਝ ਦੂਤ ਆ ਗਏ ਜੰਮਦੇ। ਜੰਮਦੇ ਦੂਤ ਆ ਕੇ ਕਹਿਣ ਲੱਗੇ ਜੀ ਭਗਤ ਕਬੀਰ ਜੀ, ਆਪਾਂ ਇੱਧਰੋਂ ਲੰਘ ਰਹੇ ਸੀ ਤੇ ਤੁਸੀਂ ਰੱਬ ਦੇ ਭਗਤ ਹੋ, ਅਸੀਂ ਦਰਸ਼ਨ ਕਰਨ ਆਏ ਹਾਂ ਤੁਹਾਡੇ। ਭਗਤ ਕਬੀਰ ਜੀ ਕਹਿੰਦੇ ਇੱਧਰ ਲੰਘਣ ਆਏ ਤੇ ਕਿਸੇ ਦੀ ਮੌਤ ਕਰਨ ਵਾਸਤੇ ਆਏ ਹੋਵੋਗੇ? ਕਹਿਣ ਲੱਗੇ ਹਾਂ, ਕਿਸੇ ਦੇ ਸਰੀਰ ਤੋਂ ਜਾਨ ਕੱਢਣੀ। ਕਹਿੰਦੇ ਕਿਹਦੇ ਸਰੀਰ ਤੋਂ ਜਾਨ ਕੱਢਣੀ ਹੈ? ਭਗਤ ਕਬੀਰ ਜੀ ਨੂੰ ਉਹ ਕਹਿਣ ਲੱਗੇ ਕਬੀਰ ਜੀ, ਸਾਨੂੰ ਰੱਬ ਦਾ ਹੁਕਮ ਨਹੀਂ ਹੈ ਵੀ ਅਸੀਂ ਦੱਸੀਏ ਕਿਹਦੇ ਸਰੀਰ ਵਿੱਚੋਂ ਕੱਢਣੀ ਹੈ, ਪਰ ਤੁਸੀਂ ਰੱਬ ਦੇ ਭਗਤ ਹੋ, ਅਸੀਂ ਤੁਹਾਨੂੰ ਥਾਂ ਦੱਸ ਦਿੰਦੇ ਆ, ਬੰਦਾ ਨਹੀਂ ਦੱਸਾਂਗੇ, ਤੁਹਾਨੂੰ ਵਿਖਾ ਵੀ ਦਿਆਂਗੇ ਕਿਵੇਂ ਜਾਨ ਕੱਢਦੇ ਆ। ਪਰ ਇੱਕ ਗੱਲ ਹੈ, ਤੁਸੀਂ ਰੱਬ ਦੇ ਭਗਤ ਹੋ, ਤੁਹਾਡਾ ਮਨ ਪਸੀਜ ਜਾਣਾ, ਤੁਸੀਂ ਕਹਿਣਾ ਜਾਨ ਨਾ ਕੱਢੋ, ਤੇ ਇਸ ਕਰਕੇ ਤੁਸੀਂ ਵਿੱਚ ਨਹੀਂ ਬੋਲਣਾ। ਭਗਤ ਕਬੀਰ ਜੀ ਕਹਿੰਦੇ ਠੀਕ ਹੈ। ਭਗਤ ਕਬੀਰ ਜੀ ਨੂੰ ਉਹ ਲੈ ਗਏ ਇੱਕ ਪਾਸੇ। ਭਗਤ ਕਬੀਰ ਜੀ ਖਲੋ ਗਏ ਤੇ ਘਰ ਵਿੱਚ ਦੋ ਜਣੇ ਨੇ, ਇੱਕ ਉਹ ਬਜ਼ੁਰਗ ਦਾਦੀ ਹੈ ਤੇ ਇੱਕ ਦਾਦੀ ਦਾ ਪੁੱਤਰ ਹੈ, ਬਾਕੀ ਪਰਿਵਾਰ ਦੇ ਸਾਰੇ ਬਾਹਰ। ਠੰਡ ਦਾ ਸਮਾਂ ਤੇ ਦਾਦੀ ਛੱਤ ਤੇ ਚੜੀ ਹੈ ਤੇ ਛੱਤ ਨੂੰ ਬਨੇਰਾ ਨਹੀਂ ਤੇ ਚਰਖਾ ਕੱਤ ਰਹੀ ਹੈ, ਤੇ ਬੱਚਾ ਜਿਹੜਾ ਹੈ ਨਾ ਉਹ ਛੋਟਾ ਦਾਦੀ ਨੂੰ ਤੰਗ ਕਰਦਾ ਬਾਰ-ਬਾਰ। ਤੇ ਦਾਦੀ ਨੇ ਕੀ ਕੀਤਾ, ਲੀਰਾਂ ਦੀ ਗੇਂਦ ਬਣਾਈ ਹੈ, ਉਹ ਗੇਂਦ ਰੇੜ ਦਿੰਦੀ ਹੈ। ਇਹਦੇ ਨਾਲ ਕੀ ਹੁੰਦਾ, ਬੱਚਾ ਖੇਡ ਵਿੱਚ ਲੱਗ ਜਾਂਦਾ, ਉਹਨਾਂ ਚਿਰ ਦਾਦੀ ਪੂਣੀ ਕੱਤ ਲੈਂਦੀ ਹੈ। ਉਹ ਇੱਕ ਖੇਡ ਮਿਲ ਗਈ ਬੱਚੇ ਨੂੰ ਵੀ ਤੇ ਦਾਦੀ ਨੂੰ ਵੀ। ਦਾਦੀ ਨੇ ਗੇਂਦ ਨੂੰ ਰੇੜ ਦੇਣਾ, ਬੱਚੇ ਨੇ ਜਾ ਕੇ ਲੈ ਆਉਣਾ, ਉਹਨੇ ਚਿਰ ਉਹਨੇ ਕੰਮ ਕਰ ਲੈਣਾ। ਭਗਤ ਕਬੀਰ ਜੀ ਵੇਖਣ ਦੇ ਆ ਸਾਰਾ ਦ੍ਰਿਸ਼, ਤੇ ਭਗਤ ਕਬੀਰ ਜੀ ਸੋਚਦੇ ਆ ਵੀ ਦਾਦੀ ਦੀ ਵਾਰੀ ਆ ਗਈ, ਵੀ ਬਜ਼ੁਰਗ ਹੈ। ਤੇ ਦੱਸਦੇ ਆ, ਕਹਿੰਦੇ ਆ ਜਦੋਂ ਦਾਦੀ ਨੇ ਗੇਂਦ ਸੁੱਟੀ ਤੇ ਗੇਂਦ ਰੇੜੀ ਵਾਹਿਗੁਰੂ, ਤੇ ਗੇਂਦ ਨੂੰ ਜ਼ੋਰ ਜ਼ਿਆਦਾ ਲੱਗ ਗਿਆ ਥੋੜਾ ਜਿਹਾ। ਗੇਂਦ ਰੇੜਦੀ ਸਾਧ ਸੰਗਤ ਜੀ ਬਨੇਰੇ ਦੇ ਹੇਠਾਂ ਥੱਲੇ ਵਿਹੜੇ ਵਿੱਚ ਜਾ ਡਿੱਗੀ। ਬੱਚੇ ਨੇ ਵੀ ਆਪਣੇ ਕਦਮਾਂ ਦੀ ਗਤੀ ਤੇਜ਼ ਕੀਤੀ, ਪਰ ਬੱਚੇ ਕੋਲੋਂ ਆਪਣੀ ਕਦਮਾਂ ਦੀ ਗਤੀ ਨੂੰ ਕੰਟਰੋਲ ਨਾ ਹੋ ਸਕਿਆ ਤੇ ਬੱਚਾ ਵੀ ਵਿਹੜੇ ਵਿੱਚ ਜਾ ਡਿੱਗਾ। ਜਦੋਂ ਉਹ ਬੱਚਾ ਵਿਹੜੇ ਵਿੱਚ ਜਾ ਡਿੱਗਾ, ਬੱਚੇ ਦੀ ਮੌਤ ਹੋਈ। ਅੰਗੂਠੇ ਵਿੱਚੋਂ ਦੇ ਪ੍ਰਾਣ ਬਾਹਰ ਕੱਢ ਕੇ ਜਮਾਂ ਦੇ ਦੂਤ ਲੈ ਗਏ। ਭਗਤ ਕਬੀਰ ਜੀ ਨੇ ਆਪਣੇ ਅੱਖਾਂ ਨਾਲ ਇਹ ਦ੍ਰਿਸ਼ ਵੇਖਿਆ ਤੇ ਸ਼ਬਦ ਉਚਾਰਿਆ, ਬਾਰੇ ਬੁੱਢੇ ਤਰੁਨੇ ਭਈਆ ਸਭ ਨੂੰ ਜੰਮ ਲੈ ਜਾਈ ਹੈ ਰੇ। ਬਾਰੇ ਜਵਾਲ ਬਾਲਕ, ਬੁੱਢੇ ਬੁੱਢੇ, ਤਰੁਣੇ ਜਵਾਨ, ਸਾਰਿਆਂ ਨੂੰ ਲੈ ਜਾਂਦੇ। ਸੋ ਗੁਰੂ ਨਾਨਕ ਸਾਹਿਬ ਨੇ ਸਾਡੀ ਜ਼ਿੰਦਗੀ ਦਾ ਚੌਥਾ ਪਹਿਰ ਲਿਖਿਆ। ਸਤਿਗੁਰੂ ਕਹਿੰਦੇ ਚੌਥਾ ਪਹਿਰ ਰਹਿਣ ਕੈਵਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ। ਉਸ ਸਮੇਂ ਫਿਰ ਭੇਤ ਚੇਤ ਨਹੀਂ ਉਹ ਦਿੰਦੇ ਕਿਸੇ ਨੂੰ, ਜਦੋਂ ਬੰਦੇ ਦੇ ਸਰੀਰ ਵਿੱਚੋਂ ਪ੍ਰਾਣ ਕੱਢਦੇ।
ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲਾ, ਖਿਨ ਮਹਿ ਭਇਆ ਪਰਾਇਆ। ਮਹਾਰਾਜ ਕਹਿੰਦੇ ਬਹੁਤਾ ਪਿਆਰ ਨਹੀਂ ਹੈ ਸੰਸਾਰ ਦਾ। ਚਾਰ ਘੜੀਆਂ ਰੋਣਗੇ ਸਾਰੇ, ਫਿਰ ਸਾਰੇ ਮੁੱਖ ਨਾਲ ਮੁੱਖ ਜੋੜ ਕੇ ਗੱਲਾਂ ਕਰਦੇ ਆ, ਭਾਈ ਇੰਨੇ ਵਜੇ ਬਾਹਰ ਲੈ ਕੇ ਜਾਣਾ। ਫਿਰ ਉਹਦੇ ਸਰੀਰ ਦਾ ਸੰਸਕਾਰ ਹੁੰਦਾ। ਔਰ ਇਸ ਸਮੇਂ ਸਾਡੇ ਦੇਸ਼ ਵਿੱਚ ਤਾਂ ਛੇਤੀ ਸੰਸਕਾਰ ਕਰ ਦਿੰਦੇ ਆ, ਵਿਦੇਸ਼ਾਂ ਵਿੱਚ ਛੇਤੀ ਸੰਸਕਾਰ ਦਾ ਵੀ ਟਾਈਮ ਨਹੀਂ ਹੈ, ਪਰ ਸਾਰੇ ਬਹੁਤਾ ਚਿਰ ਰੋਣਗੇ ਨਹੀਂ। ਕਿੰਨਾ ਕੁ ਕੋਈ ਰੋ ਲੇਗਾ? ਮਹਾਰਾਜ ਕਹਿੰਦੇ ਥੋੜਾ ਸਮਾਂ ਰੋਣਗੇ, 1 2 ਦਿਨ 3 ਦਿਨ, ਅਖੀਰ ਚੁੱਪ ਹੋਣਾ ਪੈਂਦਾ। ਇਹ ਰੋਣਾ ਝੂਠਾ ਹੈ। ਖਿਨ ਮਹਿ ਭਇਆ ਪਰਾਇਆ। ਹੁਣ ਬੰਦੇ ਦਾ ਮ੍ਰਿਤੂ ਹੋ ਗਈ ਤੇ ਸਤਿਗੁਰੂ ਬਾਣੀ ਵਿੱਚ ਦੱਸਦੇ ਆ, ਮਹਾਰਾਜ ਕਹਿੰਦੇ ਆ ਭਾਈ ਹੁਣ ਕੀ ਮਿਲੇਗਾ ਬੰਦੇ ਨੂੰ? ਅਗਲੀ ਬੰਦੇ ਦੀ ਜੋ ਜ਼ਿੰਦਗੀ ਹੈ ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਪੰਕਤੀ ਦੇ ਵਿੱਚ ਸਾਰੀ ਬਿਆਨ ਕਰਕੇ ਦੱਸ ਦਿੱਤੀ। ਸਤਿਗੁਰੂ ਕਹਿੰਦੇ ਐ ਸਾਈ ਵਸਤ ਪ੍ਰਾਪਤ ਹੋਵੇ ਜਿਸ ਸਿਉ ਲਾਇਆ ਹੇਤ। ਹੁਣ ਬੰਦਾ ਮਰ ਗਿਆ, ਉਹ ਵਸਤੂ ਪ੍ਰਾਪਤ ਹੋਵੇਗੀ ਜਿਹਦੇ ਨਾਲ ਇਹਨੇ ਜਿਉਂਦਿਆਂ ਜੀ ਪਿਆਰ ਕੀਤਾ। ਉਹ ਵਸਤੂ ਤਿਆਰ ਇਹਨੂੰ ਅੱਗੇ ਮਿਲੇਗੀ। ਜੇ ਤੇ ਭਜਨ ਕੀਤਾ ਅੱਗੇ ਜਾ ਕੇ ਭਜਨ ਮਿਲ ਜਾਏਗਾ, ਜੇ ਭਜਨ ਨਹੀਂ ਕੀਤਾ, ਵਿਕਾਰ ਹੀ ਕੀਤੇ ਆ, ਅੱਗੇ ਜਾ ਕੇ ਸਜ਼ਾ ਮਿਲ ਜਾਏਗੀ। ਤੇ ਮਹਾਰਾਜ ਨੇ ਬਾਣੀ ਇਹ 4 ਪਦੇ ਉਚਾਰ ਕੇ ਉਹਨਾਂ ਕਬੀਲੇ ਵਾਲਿਆਂ ਦੇ ਮਨਾਂ ਨੂੰ ਧੀਰਜ ਦਿੱਤੀ ਹੈ। ਭਾਈ ਇੰਨੀ ਕੁ ਬੰਦੇ ਦੀ ਜ਼ਿੰਦਗੀ, ਜਿਵੇਂ ਉਹ ਬੱਚਾ ਸਿਰਫ ਤੇ ਸਿਰਫ 4 ਪਹਿਰ ਦੀ ਉਹਦੀ ਜ਼ਿੰਦਗੀ ਸੀ, ਰਾਤ ਹੀ ਬੱਚਾ ਰਿਹਾ, ਦਿਨੇ ਬੱਚਾ ਚਾਲਾ ਮਾਰ ਗਿਆ। ਮਹਾਰਾਜ ਕਹਿੰਦੇ ਆ ਬੰਦਿਆ 4 ਪਹਿਰ ਉਸ ਬੰਦੇ ਦੀ ਜ਼ਿੰਦਗੀ ਹੈ, ਤੇਰੀ ਵੀ 4 ਪਹਿਰ ਹੈ। ਬਸ ਇਹ ਹੈ ਵੀ ਪੈਰਾਂ ਦਾ ਥੋੜਾ ਸਮਾਂ ਜ਼ਿਆਦਾ ਹੈ। ਇੱਕ ਪੈਰ ਮਾਤਾ ਦੇ ਉਦਰ ਵਿੱਚ ਹੈ, ਇੱਕ ਬਚਪਨ ਔਰ 4 ਪਹਿਰ ਰਾਤ ਤੋਂ ਬਾਅਦ ਅਖੀਰ ਸੂਰਜ ਚੜ੍ਹਦਾ, ਦਿਨ ਹੁੰਦਾ ਹੈ। ਮਹਾਰਾਜ ਕਹਿੰਦੇ ਜ਼ਿੰਦਗੀ ਦੇ 4 ਪਹਿਰ ਬਤੀਤ ਹੁੰਦੇ ਆ, ਅਖੀਰ ਮੌਤ ਰੂਪੀ ਦਿਨ ਚੜ੍ਹਦਾ, ਫਿਰ ਮੌਤ ਹੁੰਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੇ ਗੁਰਮੁਖ ਮਹਾਂਪੁਰਖ ਹੋਏ ਆ। ਭਾਈ ਸਾਹਿਬ ਭਾਈ ਵੀਰ ਸਿੰਘ ਬੜੀ ਨਾਮ ਅਭਿਆਸੀ ਰੂਹ, ਕਮਾਈ ਵਾਲੀ ਰੂਹ। ਸਾਡੇ ਇਕੱਲੇ ਗੱਲਾਂ ਕਰਨ ਵਾਲੇ ਨਹੀਂ, ਵਾਕਈ ਕਮਾਈ ਵਾਲੇ ਸੀ। ਤਾਂ ਭਾਈ ਵੀਰ ਸਿੰਘ ਜੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਬੱਚੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ, ਕੋਈ ਐਸੀ ਨਾਮੁਰਾਦ ਬਿਮਾਰੀ ਸੀ। ਬੱਚੀ ਦੀ ਮਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਬੱਚੀ ਕੋਲ ਲੈ ਕੇ ਆਈ ਵੀ ਇਹਨੂੰ ਕੋਈ ਸੇਧ ਦਿਓ, ਸਮਝ ਦਿਓ, ਇਹ ਟੁੱਟ ਗਈ ਹੈ। ਇਹਨੂੰ ਪਤਾ ਲੱਗ ਗਿਆ। ਭਾਈ ਵੀਰ ਸਿੰਘ ਜੀ ਨਾਮ ਜਪਣ ਵਾਲੀ ਰੂਹ ਸੀ, ਕਮਾਈ ਵਾਲੀ ਰੂਹ ਸੀ। ਭਾਈ ਵੀਰ ਸਿੰਘ ਜੀ ਨੇ ਉਹਨੂੰ ਸਮਝਾਇਆ, ਕਹਿੰਦੇ ਬੇਟਾ ਵੇਖ ਤੂੰ ਬਾਹਰਲੇ ਦੇਸ਼ ਜਾਣਾ ਹੈ, ਇਸ ਦੇਸ਼ ਦੀ ਕਰੰਸੀ ਜਿਹੜੀ ਹੈ ਉਸ ਦੇਸ਼ ਵਿੱਚ ਨਹੀਂ ਚੱਲਦੀ। ਮੰਨ ਲਾ ਜੇ ਤੂੰ ਬਾਹਰਲੇ ਦੇਸ਼ ਜਾਣਾ, ਜਿਵੇਂ ਇੰਡੀਆ ਦੀ ਕਰੰਸੀ ਜਿਹੜੀ ਹੈ ਉਹ ਇੰਗਲੈਂਡ ਵਿੱਚ ਨਹੀਂ ਚੱਲਦੀ, ਇੰਗਲੈਂਡ ਦੀ ਕੈਨੇਡਾ ਵਿੱਚ ਨਹੀਂ ਚੱਲਦੀ। ਹਰ ਇੱਕ ਦੇਸ਼ ਦੀ ਆਪੋ ਆਪਣੀ ਕਰੰਸੀ ਹੈ। ਬੇਟਾ ਤੂੰ ਬਾਹਰਲੇ ਦੇਸ਼ ਜਾਣਾ, ਉਸ ਦੇਸ਼ ਦੀ ਜਿਹੜੀ ਕਰੰਸੀ ਹੈ ਉਹ ਇਸ ਦੇਸ਼ ਵਿੱਚ ਨਹੀਂ ਚੱਲਦੀ। ਬੇਟਾ ਜਿਸ ਦੇਸ਼ ਵਿੱਚ ਤੂੰ ਜਾਣਾ ਹੈ ਨਾ, ਉਹ ਹੈ ਪ੍ਰੀਤਮ ਦਾ ਦੇਸ਼, ਉਹ ਹੈ ਵਾਹਿਗੁਰੂ ਦਾ ਦੇਸ਼। ਉੱਥੇ ਮਾਇਆ ਨਹੀਂ ਚੱਲਦੀ, ਉੱਥੇ ਨਹੀਂ ਚੱਲਦਾ, ਉੱਥੇ ਕਿਸੇ ਦੇਸ਼ ਦੀ ਕਰੰਸੀ ਨਹੀਂ ਚੱਲਦੀ। ਕਹਿਣ ਲੱਗੇ ਬੇਟਾ ਪਰ ਜਿਸ ਦੇਸ਼ ਵਿੱਚ ਜਾਣਾ ਹੋਵੇ ਉਸ ਦੇਸ਼ ਦੀ ਕਰੰਸੀ ਹੋਣਾ ਬੰਦੇ ਕੋਲ ਜ਼ਰੂਰੀ ਹੈ। ਇਸੇ ਤਰ੍ਹਾਂ ਬੇਟਾ ਤੂੰ ਹੁਣ ਪ੍ਰੀਤਮ ਦੇ ਦੇਸ਼ ਵਿੱਚ ਜਾਣਾ ਹੈ, ਤੂੰ ਹੁਣ ਕਰੰਸੀ ਇਕੱਠੀ ਕਰ। ਕਹਿਣ ਲੱਗੀ ਮੈਂ ਕਿਹੜੀ ਕਰੰਸੀ ਇਕੱਠੀ ਕਰਾਂ? ਕਹਿਣ ਲੱਗੇ ਬੇਟਾ ਉਹ ਹੈ ਵਾਹਿਗੁਰੂ। ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਵਾਹਿਗੁਰੂ। ਕਹਿਣ ਲੱਗੇ ਬੇਟਾ ਉਹ ਹੈ ਵਾਹਿਗੁਰੂ, ਪਰਮੇਸ਼ਰ ਦੇ ਨਾਮ ਦੀ ਕਰੰਸੀ ਹੈ। ਤੂੰ ਵੀ ਪਰਮੇਸ਼ਰ ਦੇ ਨਾਮ ਨੂੰ ਜੋੜ, ਪਰਮੇਸ਼ਰ ਦਾ ਨਾਮ ਜਪ।
ਇਹ ਜਪਿਆ ਹੋਇਆ ਨਾਮ ਮਾਨੋ ਕਰੰਸੀ ਹੋਏਗੀ, ਜਦੋਂ ਤੂੰ ਅੱਗੇ ਜਾਏਂਗੀ ਇਹ ਤੇਰੇ ਕੰਮ ਆਏਗੀ। ਕਹਿਣ ਲੱਗੇ ਬੇਟਾ, ਚੰਗੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਘਰ ਬਣਾ ਕੇ ਆਪਣੇ ਮਾਪਿਓ ਨੂੰ ਉੱਥੇ ਸੱਦਦੇ ਆ। ਜਦੋਂ ਮਾਪਿਓ ਜਾਂਦੇ ਆ, ਜਾਂਦਿਆਂ ਨੂੰ ਘਰ ਬਣਿਆ ਹੁੰਦਾ, ਬੇਟਾ ਇੰਨੀ ਕਰੰਸੀ ਇਕੱਠੀ ਕਰ, ਜਦੋਂ ਅਸੀਂ ਵੀ ਜਾਣਾ ਤੂੰ ਸਾਡੇ ਵਾਸਤੇ ਘਰ ਬਣਾ ਕੇ ਬੈਠੀ ਹੋਵੇਂ। ਉਹਨੂੰ ਸਮਝ ਆ ਗਈ, ਉਹ ਬੱਚੀ ਗੁਰਮੰਤਰ ਦਾ ਜਾਪ ਕਰਨ ਲੱਗ ਪਈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚ ਇੱਕ ਹੋਰ ਪ੍ਰਮਾਣ ਮਿਲਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੇ ਜੀਵਨ ਦੀ ਘਟਨਾ ਲਿਖਦੇ ਆ। ਕਹਿੰਦੇ ਮੈਂ ਜਵਾਨੀ ਵਿੱਚ ਸਾਂ, ਮੈਨੂੰ ਚਿੱਠੀ ਮਿਲੀ। ਮੇਰਾ ਦੋਸਤ ਜਵਾਨੀ ਵਿੱਚ ਸੀ, ਦਿੱਲੀ ਤੋਂ ਚਿੱਠੀ ਆਈ। ਕਹਿਣ ਲੱਗੇ, ਚਿੱਠੀ ਵਿੱਚ ਉਦੋਂ ਟੈਲੀਗ੍ਰਾਮ ਚੱਲਦੇ ਸਨ। ਲਿਖਿਆ ਸੀ ਵੀਰ ਸਿੰਘ, ਚਿੱਠੀ ਪੜ੍ਹਦਿਆਂ ਸਾਰ ਐਡਰੈਸ ਥੱਲੇ ਲਿਖਿਆ ਸੀ। ਕਹਿੰਦੇ ਮੈਂ ਚਿੱਠੀ ਪੜ੍ਹਦਿਆਂ ਸਾਰ ਕੁਝ ਸਿੱਖਾਂ ਨੂੰ ਨਾਲ ਲਿਆ, ਦਿੱਲੀ ਗਿਆ। ਜਦੋਂ ਮੈਂ ਦਿੱਲੀ ਉਹਦੇ ਘਰ ਵਿੱਚ ਪਹੁੰਚਿਆ, ਉਹਨੂੰ ਵਿਚਕਾਰ ਲੰਮੇ ਪਾਇਆ ਸੀ, ਚਿੱਟੀ ਚਾਦਰ ਉਹਦੇ ਸਰੀਰ ਉੱਤੇ ਦਿੱਤੀ ਸੀ। ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਬੈਠਾ ਸੀਗਾ। ਕਹਿੰਦੇ ਮੈਂ ਜਾ ਕੇ ਪੁੱਛਿਆ, ਪਰਿਵਾਰ ਵਾਲੇ ਕਹਿਣ ਲੱਗੇ ਭਾਈ ਸਾਹਿਬ ਡਾਕਟਰ ਨੇ ਜਵਾਬ ਦੇ ਦਿੱਤਾ, ਥੋੜੇ ਦਿਨਾਂ ਬਾਅਦ ਇਹਨੇ ਸਰੀਰ ਛੱਡ ਦਿੱਤਾ। ਔਰ ਉਸ ਮਨੁੱਖ ਨੇ ਭਾਈ ਸਾਹਿਬ ਨਾਲ ਇਕੱਲਿਆਂ ਗੱਲ ਕਰਨ ਦੀ ਇੱਛਾ ਕੀਤੀ। ਪਰਿਵਾਰ ਵਾਲਾ ਲਾਂਭੇ ਹੋਇਆ, ਪਰਿਵਾਰ ਲਾਂਭੇ ਹੋ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੱਸਦੇ ਆ, ਕਹਿੰਦੇ ਆ ਉਹਨਾਂ ਲਿਖਿਆ, ਭਾਈ ਸਾਹਿਬ ਨੇ ਉਹਨੂੰ ਸਵਾਲ ਪੁੱਛਿਆ ਵੀ ਦੱਸ ਹੁਣ ਤੇਰੇ ਮਨ ਦੀ ਕੀ ਅਵਸਥਾ ਹੈ। ਉਹ ਕਹਿੰਦਾ ਮੈਂ ਡਰਨ ਡਿਆ। ਕਹਿੰਦੇ ਡਰ ਕਾਹਦਾ ਲੱਗਦਾ? ਕਹਿੰਦਾ ਜੀ ਮੈਂ ਮਰਨ ਤੋਂ ਨਹੀਂ ਡਰਨ ਡਿਆ, ਮੈਂ ਜ਼ਿੰਦਗੀ 'ਚ ਪਾਪ ਬੜੇ ਕੀਤੇ ਆ, ਉਹਨਾਂ ਪਾਪਾਂ ਦੀ ਸਜ਼ਾ ਤੋਂ ਡਰਦਾ। ਪਤਾ ਨਹੀਂ ਮੇਰਾ ਕੀ ਬਣੇਗਾ। ਸੁਣਿਓ ਔਰ ਉਸ ਸਵਾਦ ਅਨੁਸਾਰ ਚੱਲਿਓ। ਬੜਾ ਵੱਡਾ ਧੀਰਜ। ਭਾਈ ਸਾਹਿਬ ਪੁੱਛਦੇ ਆ, ਦੱਸ ਸਮੁੰਦਰ ਵੱਡਾ ਹੁੰਦਾ ਹੈ ਜਾਂ ਜਹਾਜ਼ ਵੱਡਾ ਹੁੰਦਾ ਹੈ? ਉਹ ਕਹਿੰਦਾ ਜੀ ਮੈਂ ਮਰ ਰਿਹਾ, ਤੁਸੀਂ ਕਿਹੋ ਜਿਹਾ ਸਵਾਲ ਪੁੱਛਦੇ ਹੋ? ਉਹ ਕਹਿੰਦਾ ਤੂੰ ਇਹ ਦੱਸ ਵੀ ਸਮੁੰਦਰ ਵੱਡਾ ਹੁੰਦਾ ਹੈ ਜਾਂ ਜਹਾਜ਼ ਵੱਡਾ ਹੁੰਦਾ ਹੈ? ਔਰ ਜਹਾਜ਼ ਉੱਪਰ ਉੱਡਣ ਵਾਲਾ ਨਹੀਂ, ਜਿਹੜੇ ਪਾਣੀ ਵਿੱਚ ਚੱਲਦੇ ਆ, ਉਸ ਜਹਾਜ਼ ਦੀ ਗੱਲ। ਉਹ ਕਹਿੰਦਾ ਜੀ ਹੁੰਦਾ ਤੇ ਸਮੁੰਦਰ ਵੱਡਾ। ਸਮੁੰਦਰ ਵਿੱਚ ਕਈ ਜਹਾਜ਼ ਚੱਲਦੇ ਆ, ਕਈ ਡੁੱਬ ਜਾਂਦੇ ਆ, ਗਰਕ ਹੋ ਜਾਂਦੇ ਆ। ਤੇ ਭਾਈ ਵੀਰ ਸਿੰਘ ਜੀ ਦੇ ਨੇਤਰਾਂ 'ਚ ਜਲ ਆ ਗਿਆ। ਭਾਈ ਵੀਰ ਸਿੰਘ ਕਹਿੰਦੇ, ਪਿਆਰਿਆ, ਜਿਵੇਂ ਸਮੁੰਦਰ ਵੱਡਾ ਹੁੰਦਾ ਹੈ, ਜਹਾਜ਼ ਛੋਟਾ ਹੁੰਦਾ ਹੈ, ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਜਿਹੜੀ ਹੈ ਇਹ ਸਮੁੰਦਰ ਵਰਗੀ ਹੈ। ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਸਮੁੰਦਰ ਵਰਗੀਆਂ ਨੇ। ਤੇਰਾ ਜਿਹੜੇ ਪਾਪ ਹੈ ਇਹ ਜਹਾਜ਼ਾਂ ਵਰਗੇ ਹੈ। ਕਿੰਨੇ ਕੁ ਜਹਾਜ਼ ਭਰ ਗਏ। ਕਹਿਣ ਲੱਗੇ ਘਬਰਾ ਨਾ। ਉਹ ਕਹਿਣ ਲੱਗਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਦੀ ਰਹਿਮਤ ਮਿਲੇਗੀ ਕਿਵੇਂ? ਤੇ ਸਾਧ ਸੰਗਤ ਜੀ ਫਿਰ ਭਾਈ ਸਾਹਿਬ ਨੇ ਉਹਨੂੰ ਆਪਣੀ ਜੇਬ ਚੋਂ ਮਾਲਾ ਕੱਢ ਕੇ ਦਿੱਤੀ। ਅੱਜ ਸਾਡੇ ਬੰਦੇ ਕਰਦੇ ਕੁਝ ਨਹੀਂ ਹਨ, ਹਰ ਗੱਲ ਦਾ ਖੰਡਨ ਕਰਦੇ ਹਨ। ਮਾਲਾ ਮਾੜੀ ਨਹੀਂ ਹੈ ਜੇ ਮਾਲਾ ਦੇ ਨਾਲ ਵਾਹਿਗੁਰੂ ਦਾ ਨਾਮ ਚੇਤੇ ਆ। ਜਦੋਂ ਆਰੰਭ ਤੇ ਕੋਈ ਗੁਰਸਿੱਖ ਗੁਰਮੁਖ ਨਾਮ ਅਭਿਆਸ ਕਮਾਈ ਰੱਬ ਦਾ ਨਾਮ ਸ਼ੁਰੂ ਕਰਦਾ ਹੈ, ਉਹ ਮਾਲਾ ਲੈ ਕੇ ਸ਼ੁਰੂ ਕਰਦਾ ਹੈ। ਫਿਰ ਹੌਲੀ ਹੌਲੀ ਮਾਲਾ ਛੁੱਟ ਜਾਂਦੀ ਹੈ। ਭਗਤ ਕਬੀਰ ਜੀ ਕਹਿੰਦੇ ਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਪਰ ਪਹਿਲਾਂ ਪਹਿਲਾਂ ਮਾਲਾ ਬੜੀ ਸਹਾਈ ਸਿੱਧ ਹੁੰਦੀ। ਕਹਿਣ ਲੱਗੇ ਆ ਲੈ ਮਾਲਾ, ਇਹਦੇ ਇੱਕ ਇੱਕ ਮੋਤੀ ਉੱਤੇ ਵਾਹਿਗੁਰੂ 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 ਜਾਪ। ਉਹ ਕਹਿੰਦਾ ਇਹਦੇ ਨਾਲ ਕੀ ਹੋਏਗਾ? ਕਹਿੰਦੇ ਇਹਦੇ ਨਾਲ ਗੁਰੂ ਨਾਨਕ ਦੀ ਬਖਸ਼ਿਸ਼ ਮਿਲੇਗੀ। ਭਾਈ ਸਾਹਿਬ ਅੰਮ੍ਰਿਤਸਰ ਆ ਗਏ। ਭਾਈ ਸਾਹਿਬ ਲਿਖਦੇ ਆ, ਕਹਿੰਦੇ ਉਹਨੇ ਛਾਤੀ ਤੇ ਮਾਲਾ ਰੱਖ ਲਈ। ਇੱਕ ਮੋਤੀ ਅੱਗੇ ਕਰਕੇ ਬੋਲੇ ਵਾਹਿਗੁਰੂ, ਫਿਰ ਮੋਤੀ ਅੱਗੇ ਕਰੇ ਬੋਲੇ ਵਾਹਿਗੁਰੂ। 2 ਕੁ ਦਿਨ ਬਾਅਦ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਆ, ਮੈਨੂੰ ਸੁਪਨਾ ਆਇਆ। ਉਸ ਸੁਪਨੇ ਦੇ ਵਿੱਚ ਭਾਈ ਸਾਹਿਬ ਕਹਿੰਦੇ ਮੈਂ ਦਰਬਾਰ ਸਾਹਿਬ ਪਹੁੰਚਿਆ ਸੀ। ਜਦੋਂ ਮੈਂ ਇਹ ਘਟਨਾ ਪੜ੍ਹੀ ਤੇ ਮੇਰੇ ਮਨ ਵਿੱਚ ਆਇਆ, ਮਨਾ ਵੇਖੋ ਕਿੱਡੇ ਕਮਾਲ ਦੀ ਗੱਲ ਹੈ। ਗੁਰਮੁਖ ਸੁਪਨੇ ਵਿੱਚ ਵੀ ਹਰਿਮੰਦਰ ਸਾਹਿਬ ਹੁੰਦੇ ਆ। ਮਨਮੁਖ ਬੰਦਾ ਸੁਪਨੇ ਵਿੱਚ ਵੀ ਸਾਧ ਸੰਗਤ ਜੀ ਵਕਾਰ ਹੀ ਭੋਗਦਾ।
ਤੁਸੀਂ ਵੇਖਿਓ ਕਈ ਗੁਰਮੁਖ ਜਿਹੜੇ ਆ ਸੁਪਨੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੁੰਦੇ, ਗੁਰਧਾਮਾਂ ਦੀ ਯਾਤਰਾ ਕਰਦੇ ਹੁੰਦੇ, ਤੇ ਕਈ ਵਾਰੀ ਸੁਪਨਾ ਜੇ ਬੰਦੇ ਦਾ ਸਾਰਾ ਦਿਨ ਭੈੜਾ ਨਿਕਲਦਾ ਹੈ ਨਾ, ਤੇ ਕਈ ਵਾਰੀ ਸੁਪਨਾ ਬੰਦੇ ਨੂੰ ਐਸਾ ਭੈੜਾ ਆਉਂਦਾ ਜੋ ਬੰਦਾ ਸਾਰੀ ਦਿਹਾੜੀ ਚੇਤੇ ਕਰਦਾ, ਰਾਤ ਸੁਪਨੇ ਵਿੱਚ ਵੀ ਉਹੀ ਹੁੰਦਾ। ਭਾਈ ਸਾਹਿਬ ਦੱਸਦੇ ਆ, ਕਹਿੰਦੇ ਮੈਨੂੰ ਸੁਪਨਾ ਆਇਆ, ਮੈਂ ਸੁਪਨੇ ਵਿੱਚ ਹਰਿਮੰਦਰ ਸਾਹਿਬ ਅੰਦਰੋਂ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕੀਤੀ, ਤੇ ਜਿੱਥੋਂ ਕੜਾਹ ਪ੍ਰਸ਼ਾਦ ਮਿਲਦਾ ਹੈ ਨਾ, ਉਹਨੂੰ ਇਲਾਚੀ ਬੇਰ, ਉੱਥੇ ਇਲਾਚੀ ਬੇਰ ਲੱਗੀ ਹੈ। ਇਲਾਚੀ ਬੇਰ ਕਿਉਂ ਕਹਿੰਦੇ? ਨਿੱਕੇ ਨਿੱਕੇ ਇਲਾਚੀਆਂ ਜਿੰਨੇ ਬੇਰ ਲੱਗਦੇ ਆ। ਕਹਿੰਦੇ ਉਹ ਇਲਾਚੀ ਬੇਰ ਦੇ ਉੱਤੇ ਬੈਠਾ, ਤੇ ਇਲਾਚੀ ਬੇਰ ਦੇ ਉੱਤੇ ਬੈਠ ਕੇ ਕਹਿੰਦੇ ਉਹ ਮੈਨੂੰ ਕਹਿਣ ਲੱਗਾ, ਵੀਰ ਸਿੰਘ ਆ ਜਿਹੜਾ ਤੁਸੀਂ ਮੈਨੂੰ ਸਿਮਰਨਾ ਦਿੱਤਾ ਹੈ ਨਾ, ਵੇਖੋ ਇਸ ਸਿਮਰਨੇ ਦੀ ਕਿਰਪਾ ਨਾਲ ਮੈਂ ਕਿੰਨਾ ਸੁਖੀ ਹੋ ਗਿਆ, ਮੈਂ ਸੱਚਖੰਡ ਦੇ ਵਿੱਚ ਬੈਠਾ ਹੋਇਆ। ਭਾਈ ਸਾਹਿਬ ਇੱਕਦਮ ਉੱਠੇ, ਟਾਈਮ ਨੋਟ ਕੀਤਾ, ਰਾਤ ਦਾ 1 ਵੱਜ ਗਿਆ ਸੀਗਾ। ਭਾਈ ਸਾਹਿਬ ਨੇ ਉਸੇ ਵੇਲੇ ਸਿੱਖਾਂ ਨੂੰ ਤਿਆਰ ਕੀਤਾ, ਜਾਓ ਭਾਈ ਜਾਓ। ਉਸ ਸਮੇਂ ਗੱਡੀ ਦੇ ਵਿੱਚ ਉਹ ਦਿੱਲੀ ਗਏ, ਦੁਪਹਿਰ ਤੱਕ ਪਹੁੰਚ ਗਏ। ਜਦੋਂ ਉੱਥੇ ਪਹੁੰਚੇ ਉਹਨਾਂ ਕੀ ਵੇਖਿਆ, ਉਹ ਬੰਦਾ ਵਾਕਈ ਚੜ੍ਹਾਈ ਕਰ ਗਿਆ, ਉਹਦਾ ਸਰੀਰ ਪਿਆ, ਪਰਿਵਾਰ ਵਾਲੇ ਲਾਗੇ ਬਰਾਤ ਕਰਦੇ ਆ। ਉਹਨਾਂ ਜਾ ਕੇ ਪੁੱਛਿਆ ਵੀ ਕੀ ਗੱਲ ਹੈ? ਕਹਿੰਦੇ ਜੀ ਰਾਤ ਅਸੀਂ ਇਹਦੇ ਕੋਲ ਬੈਠੇ ਸਾਂ, ਬੜੀ ਉੱਚੀ ਉੱਚੀ ਇਹ ਵਾਹਿਗੁਰੂ 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 ਜਪ ਰਿਹਾ ਸੀ। ਅਖੀਰ ਰਾਤ 1 ਵਜੇ ਇਹਨੇ ਸਰੀਰ ਤਿਆਗ ਦਿੱਤਾ। ਜਦੋਂ ਇਹਨੇ ਸਰੀਰ ਤਿਆਗਿਆ, ਇਹਦੇ ਮੁਖੋਂ ਵਾਹਿਗੁਰੂ ਸ਼ਬਦ ਨਿਕਲਿਆ। ਉਹ 2 ਸਿੱਖਾਂ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ, ਭਾਈ ਸਾਹਿਬ ਰਾਤ 1 ਵਜੇ ਉਹਨੇ ਸਰੀਰ ਤਿਆਗਿਆ, ਅਖੀਰਲੇ ਸਮੇਂ ਉਹਦੇ ਮੁਖੋਂ ਜਿਹੜਾ ਸ਼ਬਦ ਨਿਕਲਿਆ ਉਹ ਹੈ ਵਾਹਿਗੁਰੂ। ਭਾਈ ਸਾਹਿਬ ਨੇ ਜਦੋਂ ਇਹ ਗੱਲ ਸੁਣੀ, ਗੁਰੂ ਰਾਮਦਾਸ ਜੀ ਦੇ ਦਰ ਵੱਲ ਹੱਥ ਜੋੜ ਕੇ ਸ਼ੁਕਰਾਨਾ ਕੀਤਾ, ਔਰ ਭਾਈ ਸਾਹਿਬ ਨੇ ਇਹ ਅੰਦਾਜ਼ਾ ਲਾਇਆ ਕਿ ਮੈਂ ਵਾਕਈ ਅੱਜ ਪ੍ਰੈਕਟੀਕਲ ਕਰਕੇ ਵੇਖਿਆ, ਸਿਮਰਨ ਬੰਦੇ ਨੂੰ ਸੱਚਖੰਡ ਵਿੱਚ ਪਹੁੰਚਾ ਦਿੰਦਾ। ਸਿਮਰਨ ਹੈ, ਬਾਣੀ ਹੈ, ਭਗਤੀ ਹੈ, ਜਿਹੜਾ ਭਾਣਾ ਮੰਨਣ ਦੀ ਵੀ ਦਾਤ ਬਲ ਸਾਨੂੰ ਦਿੰਦਾ ਹੈ, ਤੇ ਸਿਮਰਨ ਹੈ ਜਿਹੜਾ ਬੰਦੇ ਨੂੰ ਸੱਚਖੰਡ ਵਿੱਚ ਪ੍ਰਾਪਤੀ ਕਰਾ ਦਿੰਦਾ ਹੈ, ਸੱਚਖੰਡ ਵਿੱਚ ਥਾਂ ਦਵਾ ਦਿੰਦਾ ਹੈ। ਇਸ ਕਰਕੇ ਸਾਧ ਸੰਗਤ, ਇਸ ਸਮੇਂ ਸੰਸਾਰ ਵਿੱਚ ਸਮਾਂ ਬੜਾ ਨਾਜ਼ੁਕ ਚੱਲ ਰਿਹਾ ਹੈ। ਕੋਸ਼ਿਸ਼ ਕਰੋ ਵੱਧ ਤੋਂ ਵੱਧ ਸਾਈਂ ਦੀ ਯਾਦ ਵਿੱਚ ਸਮਾਂ ਨਿਕਲੇ, ਬਾਣੀ ਪੜ੍ਹਦਿਆਂ ਸਮਾਂ ਨਿਕਲੇ, ਗੁਰ ਮੰਤਰ ਦਾ ਜਾਪ ਕਰਦਿਆਂ ਸਮਾਂ ਨਿਕਲੇ। ਪਹਿਲਾਂ ਲੋਕ ਕਹਿੰਦੇ ਸਨ ਕਿ ਸਾਡੇ ਕੋਲ ਸਮਾਂ ਨਹੀਂ ਹੈ, ਅਸੀਂ ਕਿਤੇ ਜਾਣਾ, ਅਸੀਂ ਕਿਤੇ ਜਾਣਾ। ਸਾਧ ਸੰਗਤ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇਗਾ, ਹੁਣ ਤਾਂ ਸਾਡੇ ਕੋਲ ਸਮਾਂ ਹੀ ਸਮਾਂ, ਜਿੰਨਾ ਲਾਭ ਲੈਣਾ ਸਿਮਰਨ ਦਾ ਬੰਦਾ ਲੈ ਸਕਦਾ ਹੈ। ਭਾਈ ਵੀਰ ਸਿੰਘ ਜੀ ਦੀ ਇੱਕ ਹੋਰ ਘਟਨਾ ਕਹਿ ਕੇ ਮੈਂ ਮਾਫੀ ਮੰਗ ਲੈਣਾ, ਸਮਾਂ ਹੋ ਗਿਆ। ਭਾਈ ਸਾਹਿਬ ਦੱਸਦੇ ਆ ਆਪਣੇ ਜੀਵਨ ਦੀ ਘਟਨਾ। ਕਹਿੰਦੇ ਆ ਕੋਈ ਬੰਦਾ ਬੱਚਾ ਸੀਗਾ, ਡਾਕਟਰੀ ਕਰ ਰਿਹਾ ਸੀ, ਪ੍ਰੈਕਟਿਸ ਵਾਸਤੇ ਵੀ ਜਾਂਦਾ ਸੀ, ਪੜ੍ਹਾਈ ਵੀ ਕਰਦਾ ਸੀਗਾ, ਔਰ ਉਹਨੇ ਵਿਦੇਸ਼ ਵਿੱਚ ਜਾਣਾ ਸੀ। ਉਹਦੇ ਮਾਪੇ ਚਾਹੁੰਦੇ ਸਨ ਵੀ ਵਿਦੇਸ਼ ਵਿੱਚ ਜਾਵੇ, ਪਰ ਇਹ ਅੰਦਰ ਸਿਮਰਨ ਪੱਕਾ ਹੋਵੇ। ਉਹ ਗੁਰਮੁਖ ਕੋਲ ਲੈ ਆਏ ਭਾਈ ਸਾਹਿਬ। ਭਾਈ ਵੀਰ ਸਿੰਘ ਜੀ ਨੇ ਹੋ ਸਕਦਾ ਗੁਰਮੁਖ ਸ਼ਬਦ ਆਪਣੇ ਵਾਸਤੇ ਲਿਖਿਆ ਹੋਵੇ, ਉਹਨਾਂ ਇਹ ਨਾ ਲਿਖਿਆ ਹੋਵੇ ਵੀ ਉਹ ਮੇਰੇ ਕੋਲ ਲੈ ਕੇ ਆਏ। ਕਹਿੰਦੇ ਗੁਰਮੁਖ ਨੇ ਉਹਨੂੰ ਆਖਿਆ ਵੀ ਨਾਮ ਜਪਿਆ ਕਰ। ਉਹਨੇ ਪੈਂਦੇ ਸੱਟੇ ਆਖਿਆ ਜੀ ਮੇਰੇ ਕੋਲ ਸਮਾਂ ਨਹੀਂ ਹੈ, ਮੈਂ ਕਿੱਥੋਂ ਨਾਮ ਜਪ ਸਕਦਾ। ਕਹਿੰਦੇ ਕਿਉਂ? ਕਹਿੰਦਾ ਮੈਂ ਪੜ੍ਹਾਈ ਕਰਨੀ ਹੁੰਦੀ ਆ, ਫਿਰ ਜਦੋਂ ਤੈਨੂੰ ਟਾਈਮ ਮਿਲਦਾ। ਕਹਿੰਦਾ ਟਾਈਮ ਹੈ ਹੀ ਨਹੀਂ, ਇਹਨੂੰ ਵੇਖਣ ਜਾਣਾ, ਕਿਹੜੇ ਤੇ ਜਾਣਾ, ਕਹਿਣ ਲੱਗਾ ਮੋਟਰ ਤੇ ਜਾਣਾ, ਗੱਡੀ ਨੂੰ ਕਹਿਣ ਲੱਗੇ ਤੇਰੇ ਨਾਲ ਕੋਈ ਹੋਰ ਹੁੰਦਾ? ਕਹਿਣ ਲੱਗਾ ਨਹੀਂ ਮੈਂ ਇਕੱਲਾ ਹੁੰਦਾ। ਕਹਿਣ ਲੱਗੇ ਫਿਰ ਇਹਦੇ ਤੋਂ ਵਧੀਆ ਸਮਾਂ ਕਿਹੜਾ ਹੋਵੇ। ਸੰਗਤੀ ਰੂਪ ਵਿੱਚ ਵੀ ਸਿਮਰਨ ਕਰਨਾ ਚਾਹੀਦਾ ਹੈ, ਪਰ ਸਿਮਰਨ ਕਰਦਿਆਂ ਕਰਦਿਆਂ ਜੋ ਤਰੱਕੀ ਸਾਧ ਸੰਗਤ ਜੀ ਇਕੱਲਾ ਬੈਠ ਕੇ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਅਭਿਆਸ ਕਰਦਾ, ਉਹ ਫਿਰ ਬਹੁਤ ਜ਼ਿਆਦਾ ਤਰੱਕੀ ਹੁੰਦੀ ਹੈ। ਸੰਗਤ ਵਿੱਚ ਸਿਮਰਨ ਦਾ ਪਿਆਰ ਪੈਦਾ ਹੁੰਦਾ।
ਕਹਿੰਦੇ ਫਿਰ ਇਹਦੇ ਤੋਂ ਵਧੀਆ ਸਮਾਂ ਕਿਹੜਾ ਹੋਏਗਾ? ਮੋਟਰ ਤੇ ਬੈਠ, ਜਦੋਂ ਕਿਸੇ ਪੇਸ਼ੈਂਟ ਨੂੰ ਵੇਖਣ ਜਾਣਾ ਹੈ, ਰਸਤੇ ਵਿੱਚ ਵਾਹਿਗੁਰੂ 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 ਦੀ ਧੁਨੀ ਦਾ ਆਲਾਪ ਕਰੇ। ਉਹ ਬਸ ਇਸੇ ਤਰ੍ਹਾਂ ਕਰਨ ਲੱਗਾ। ਕਦੀ ਕਦੀ ਉਹਨੂੰ ਚੇਤਾ ਭੁੱਲ ਜਾਣਾ, ਕਦੀ ਕਦੀ ਉਹਨੇ ਕਰਿਆ ਕਰਨਾ, ਫਿਰ ਉਹਨੂੰ ਸਵਾਦ ਆਉਣ ਲੱਗ ਪਿਆ। ਇੱਕ ਗੱਲ ਦਾ ਪੱਕਾ ਚੇਤਾ ਰੱਖਿਓ, ਆਮ ਚੀਜ਼ਾਂ ਦਾ ਰਸ ਕੁਝ ਵੀ ਨਹੀਂ ਹੈ। ਸਾਨੂੰ ਬੜੇ ਰਸ ਵਾਲੀਆਂ ਜਾਪਦੀਆਂ ਨੇ। ਸਿਮਰਨ ਤੇ ਮਹਾ ਆਨੰਦ ਹੈ, ਮਹਾ ਰਸ ਹੈ, ਮਹਾ ਸਵਾਦ ਹੈ। ਜਦੋਂ ਤੁਸੀਂ ਉਹ ਕਰਨ ਲੱਗ ਪਏ, ਫਿਰ ਵੇਖਿਓ ਕਿੰਨਾ ਰਸ ਤੇ ਆਨੰਦ ਬਣਦਾ। ਉਹ ਜਾਇਆ ਕਰੇ, ਵਾਹਿਗੁਰੂ 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 ਜਪਿਆ ਕਰੇ, ਆਉਂਦਿਆਂ ਫਿਰ ਵਾਹਿਗੁਰੂ 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 ਜਪਿਆ ਕਰੇ। ਮਹੀਨੇ ਤੋਂ ਬਾਅਦ ਉਹਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ, ਕਹਿਣ ਲੱਗਾ ਮੈਂ ਜ਼ਿਆਦਾ ਨਹੀਂ ਜਪਦਾ, ਮੈਂ ਥੋੜਾ ਜਪਦਾ, ਜਦੋਂ ਫਰੀ ਹੁੰਦਾ ਉਦੋਂ ਜਪਦਾ, ਪਰ 1 ਮਹੀਨੇ ਵਿੱਚ ਮੇਰਾ ਜੀਵਨ ਬਦਲ ਗਿਆ। ਮੇਰੇ ਅੰਦਰ ਸ਼ਾਂਤੀ ਦਾ ਹੜ ਵਗਣ ਲੱਗ ਪਿਆ। ਕਹਿਣ ਲੱਗਾ ਮੇਰੇ ਅੰਦਰ ਸ਼ਾਂਤੀ ਇੰਨੀ ਵਰਤ ਰਹੀ ਹੈ। ਸੋ ਸਾਧ ਸੰਗਤ, ਜਿਹੜੇ ਕਹਿੰਦੇ ਸਾਡੇ ਕੋਲ ਸਮਾਂ ਹੀ ਨਹੀਂ ਹੈ ਨਾਮ ਜਪਣ ਦਾ, ਸਿਮਰਨ ਕਰਨ ਦਾ, ਹੁਣ ਤੇ ਸਮਾਂ ਹੀ ਸਮਾਂ, ਔਰ ਉੱਪਰ ਮੌਤ ਰੂਪੀ ਕਰੋਨਾ ਰੂਪੀ ਤਲਵਾਰ ਲਟਕ ਰਹੀ ਹੈ ਸਿਰ ਤੇ ਬਾਣੀ ਪੜੋ, ਸਿਮਰਨ ਕਰੋ, ਸੇਵਾ ਕਰੋ, ਭਗਤੀ ਕਰੋ। ਇਹਦੇ ਨਾਲ ਕੀ ਹੋਏਗਾ? ਦੁੱਖਾਂ ਕਲੇਸ਼ਾਂ ਤੋਂ ਬਚਾਅ ਹੋਏਗਾ, ਭਾਣਾ ਮੰਨਣ ਦਾ ਬਲ ਮਿਲੇਗਾ, ਆਤਮਿਕ ਖੇੜਾ ਵੀ ਵਧੇਗਾ। ਸਿਮਰਨ ਦੇ ਗੁਣ ਹੀ ਗੁਣ ਹਨ, ਸਿਮਰਨ ਦੇ ਗੁਣ ਹੀ ਗੁਣ ਹਨ, ਭਗਤੀ ਦੇ ਗੁਣ ਹੀ ਗੁਣ। ਇੱਕ ਥਾਂ ਤੇ ਮਹਾਰਾਜ ਸ਼ਬਦ ਲਿਖਦੇ, ਗੁਰਬਾਣੀ ਚ ਸਿਮਰਨ ਦੀ ਬਹੁਤ ਵਿਆਖਿਆ ਹੈ, ਬੜੇ ਸ਼ਬਦ ਹਨ। ਔਰ ਇੱਕ ਥਾਂ ਤੇ ਸਤਿਗੁਰੂ ਸ਼ਬਦ ਲਿਖਦੇ ਆ, ਐਸੋ ਸਹਾਈ ਹਰ ਕੋ ਨਾਮ। ਰੱਬ ਦਾ ਨਾਮ ਕਿਵੇਂ ਸਹਾਇਤਾ ਕਰਦਾ ਹੈ, ਸਿਮਰਨ ਸਾਡੀ ਕਿਵੇਂ ਸਹਾਇਤਾ ਕਰਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਲਿਖਦੇ। ਕਹਿੰਦੇ ਜੈਸੇ ਰਣ ਮਹਿ ਸਖਾ ਭਰਾਤ, ਜੰਗ ਜੁੱਧ ਚੱਲ ਰਹੀ ਹੋਵੇ ਤੇ ਜੰਗ ਜੁੱਧ ਵਿੱਚ ਕੋਈ ਬੰਦੇ ਦਾ ਸਾਥੀ ਨਾ ਹੋਵੇ, ਪਰ ਇੱਕ ਦਿਨ ਇੱਕਦਮ ਦੋਸਤ ਆ ਜਾਣ, ਭਰਾ ਆ ਜਾਣ, ਆਖਣ ਅਸੀਂ ਤੇਰੀ ਸਹਾਇਤਾ ਕਰਦੇ, ਅਸੀਂ ਤੇਰੇ ਨਾਲ ਹੁੰਦੇ ਹਾਂ, ਬੰਦੇ ਦਾ ਬਲ ਵੱਧ ਜਾਂਦਾ ਹੈ। ਮਹਾਰਾਜ ਕਹਿੰਦੇ ਜਿਵੇਂ ਰਣ ਵਿੱਚ ਭਰਾ ਕੰਮ ਆਉਂਦਾ ਹੈ, ਦੋਸਤ ਕੰਮ ਆਉਂਦਾ ਹੈ ਜੰਗ ਵਿੱਚ, ਇਸੇ ਤਰ੍ਹਾਂ ਜ਼ਿੰਦਗੀ ਵਿੱਚ ਸਿਮਰਨ ਕੰਮ ਆਉਂਦਾ, ਭਜਨ ਕੰਮ ਆਉਂਦਾ। ਤੇ ਸਿਮਰਨ ਦਾ ਮਨੋਰਥ ਕੀ ਹੋਣਾ ਚਾਹੀਦਾ? ਜਦੋਂ ਆਪਾਂ ਵਾਹਿਗੁਰੂ 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 ਜਪਦੇ ਹਾਂ, ਸਾਡਾ ਮਨੋਰਥ ਕੀ ਹੋਣਾ ਚਾਹੀਦਾ? ਸਾਡਾ ਮਨੋਰਥ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋਣਾ ਚਾਹੀਦਾ, ਵੀ ਅਸੀਂ ਉਹ ਚੀਜ਼ ਪ੍ਰਾਪਤ ਕਰਨੀ ਹੈ, ਅਸੀਂ ਸ਼ੌਹਰਤ ਕਮਾਉਣੀ ਹੈ, ਸਾਨੂੰ ਲੋਕ ਜਾਣਨ। ਇਹ ਨਹੀਂ ਸਿਮਰਨ ਦਾ ਮਨੋਰਥ ਹੋਣਾ ਚਾਹੀਦਾ। ਜਦੋਂ ਸਿਮਰਨ ਕਰਨਾ, ਪਿਆਰ ਨਾਲ, ਧਿਆਨ ਨਾਲ, ਚੌਂਕੜਾ ਮਾਰ ਕੇ ਗੁਰਮੰਤਰ ਦਾ ਜਾਪ ਕਰਨਾ, ਤੇ ਫਿਰ ਇਹ ਮਨ ਵਿੱਚ ਭਾਵਨਾ ਰੱਖਣੀ ਹੈ ਵੀ ਮੈਂ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੁੰਦਾ ਹੈ। ਧਿਆਨ ਵੀ ਲੱਗੇਗਾ। ਜਿਹੜਾ ਖੰਡਾਂ ਵਰਪੰਡਾਂ ਦੀ ਸੈਰ ਇੱਕ ਥਾਂ ਤੇ ਬੰਦੇ ਨੂੰ ਬੈਠੇ ਹੀ ਕਰਾ ਦਿੰਦਾ। ਸਿਮਰਨ ਰੂਹ ਦਾ ਸਫ਼ਰ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਅਨਾਹਤ ਕੀਰਤਨ ਸੁਸਾਇਟੀ, ਗੁਰਮੁਖ ਪਿਆਰੇ ਸਾਰੇ ਵੀਰ, ਭਾਈ ਗੁਰੂ ਰਾਜਨ ਸਿੰਘ ਜੀ ਨੇ ਦਾਸ ਨੂੰ ਹੁਕਮ ਲਾਇਆ ਸੀ, ਇਹਨਾਂ ਦੇ ਆਪਣੇ ਦਾਦੀ ਜੀ ਵੀ ਇਸੇ ਸਮੇਂ ਦੌਰਾਨ 4 ਤਰੀਕ ਨੂੰ ਚੜ੍ਹਾਈ ਕਰ ਗਏ, ਸਰੀਰ ਤਿਆਗ ਗਏ। ਸੋ ਵਾਹਿਗੁਰੂ ਜੀ ਦਾ ਹੁਕਮ ਹੈ, ਉਸ ਦੇ ਹੁਕਮ ਵਿੱਚ ਸਾਨੂੰ ਜੀਵਾਂ ਨੂੰ ਚੱਲਣਾ ਪੈਣਾ। ਹੁਕਮ ਵਿੱਚ ਸਾਰੇ ਚੱਲਦੇ ਆ, ਮਨਮੁਖ ਉਲਾਮੇ ਦਿੰਦੇ ਰਹਿੰਦੇ ਆ, ਹੁਕਮ ਸਹੀ ਕਰਕੇ ਸੱਚ ਕਰਕੇ ਨਹੀਂ ਮੰਨਦੇ। ਗੁਰਮੁਖ ਸਿਮਰਨ ਵਾਲੇ ਹੁੰਦੇ ਆ, ਹੁਕਮ ਨੂੰ ਸੱਤ ਕਰਕੇ ਮੰਨ ਲੈਂਦੇ ਹਨ। ਸੋ ਇਹ ਵਾਹਿਗੁਰੂ ਜੀ ਦਾ ਭਾਣਾ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਭਜਨ ਬੰਦਗੀ ਸੇਵਾ ਸਿਮਰਨ ਕਰਨ ਦਾ ਬਲ ਬਖਸ਼ਣ। ਜਿਹੜੀਆਂ ਗੁਰਮੁਖ ਰੂਹਾਂ ਵੀ ਸਰੀਰ ਤਿਆਗ ਗਈਆਂ ਹਨ ਇਸ ਬਿਮਾਰੀ ਕਰਕੇ, ਛੂਆ-ਛੂਤ ਦੀ ਹੋਣ ਕਰਕੇ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਭਜਨ ਕਰੋ, ਸੇਵਾ ਕਰੋ, ਸਿਮਰਨ ਕਰੋ, ਵੱਧ ਤੋਂ ਵੱਧ ਆਤਮਕ ਲਾਹਾ ਇਹਨਾਂ ਦਿਨਾਂ ਵਿੱਚ ਪ੍ਰਾਪਤ ਕਰੀਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ